गुरु ग्रंथ साहिब दीयां बेअदबियां होईयां ने, उस दे विच अकाली दल दे उपर एलीगेशन लग रहे हैं। अकाली दल की सरकार च जी गोली चलाउणा गलत फैसला सी, जी बच्चे शहीद करने गलत फैसला सी, ये गल्लां करके अकाली दल की बदनामी। एक परिवार दे नाल जुड़ के रह गया अकाली दल। अकाली दल के अंदर परिवारवाद का भारू होना जी अकाली दल का नुकसान हो। 1984 ਦੇ ਘੱਲੂ ਘਾਰੇ ਦੀ ਗੱਲ ਕਰੀਏ ਤਾਂ ਅਕਾਲੀ ਲੀਡਰਾਂ ਤੇ ਵੀ ਬਹੁਤ ਬਲੇਮ ਲੱਗਦੇ ਨੇ ਵੀ ਉਹਨਾਂ ਨੇ ਨਾਲ ਰਲ ਕੇ ਕਰਾਇਆ ਸਭ ਕੁਝ। कोई माड़े तो माड़ा सिख भी जी किसी नूं सद्दा नहीं दे सकता कि जी तुसी दरबार साहब ते हमला। ਅਕਾਲੀ ਦਲ ਹੈ ਉਹ ਅੱਜ ਸਿਧਾਂਤਕ ਤੌਰ ਤੇ ਖੜਾ ਆਪਣੇ ਸਿਧਾਂਤਾਂ ਤੇ। सानू केवल 15 सीटां मिलियां ने, जी ਉਹਦਾ ਵੱਡਾ ਕਾਰਨ ਵੀ ਮੈਂ ਸਮਝਦਾ ਕਿ ਅਸੀਂ ਸਿਧਾਂਤ ਤੋਂ ਕਿਤੇ ਨਾ ਕਿਤੇ ਥਿੜਕ ਗਏ। ਜੋੜੀ ਸਾਹਿਬ ਗੱਲ ਕਰੀਏ ਤਾਂ ਤੁਸੀਂ ਬੇਬਾਕੀ ਨਾਲ ਬੋਲਦੇ ਹੋ, ਅਕਾਲੀ ਦਲ ਦੇ ਵਿਰੁੱਧ ਵੀ ਬੋਲਦੇ ਹੋ ਜਦ ਕਿਤੇ ਗਲਤੀ ਹੁੰਦੀ ਆ। ਕਿਤੇ ਇਸ ਗੱਲ ਦੇ ਡਰੋਂ ਤਾਂ ਨਹੀਂ ਤੁਹਾਨੂੰ ਅਹੁਦਾ ਦੇਤਾ ਵੀ ਕਿਤੇ ਬਾਗੀ ਨਾ ਹੋ ਜਾਣ? ਅਕਾਲੀ ਦਲ ਕਿਸੇ ਦੀ ਮਲਕੀਅਤ ਨਹੀਂ ਹੈ ਜੀ ਇਹ ਤਾਂ ਇੱਕ ਵਰਕਰਾਂ ਦੀ ਪਾਰਟੀ। ਵਿਰਾਸਤ-ਏ ਖਾਲਸਾ ਦੇ ਵਿੱਚ ਜੋ ਹੀਰ ਰਾਂਝਿਆਂ ਦੀ ਚਿੱਤਰਕਾਰੀ ਦਿਖਾਈ ਗਈ ਹੈ ਤੇ ਸਿੱਖ ਸੰਗਤ ਵੱਲੋਂ ਇਸ ਦਾ ਵਿਰੋਧ ਵੀ ਹੋਇਆ, ਪਰ ਕਿਤੇ ਨਾ ਕਿਤੇ ਦਬਾ ਦਿੱਤੀ ਗਈ ਆ। ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਵੀ ਜਿਹੜੀ ਹੀਰ ਰਾਂਝੇ ਦੀ ਤਸਵੀਰ ਲੱਗ ਗਈ ਉੱਥੇ। ਇਕੱਲਾ ਵਿਰਾਸਤ-ਏ ਖਾਲਸਾ ਮਤਲਬ ਜਿਹੜਾ ਵੀ ਉਹ ਕੇਵਲ ਸਿੱਖਾਂ ਦਾ ਹੀ ਨਹੀਂ ਬਲਕਿ ਪੰਜਾਬ ਦਾ ਵੀ ਹੈ। ਆਪਾਂ 26 ਜਨਵਰੀ ਦੀ ਘਟਨਾ ਦੀ ਗੱਲ ਕਰੀਏ ਤਾਂ ਉੱਥੇ ਕੇਸਰੀ ਝੰਡੇ ਦਾ ਇਤਰਾਜ਼ ਵੀ ਬਹੁਤ ਹੋਇਆ। ਕੋਈ ਗੁਨਾਹ ਨਹੀਂ ਕੀਤਾ ਸੀ ਜਿਨ੍ਹਾਂ ਨੌਜਵਾਨਾਂ ਨੇ ਮਤਲਬ ਕੇਸਰੀ ਨਿਸ਼ਾਨ ਸਾਹਿਬ ਚਲਾ ਕੇ ਕੋਈ ਤਿਰੰਗੇ ਦਾ ਅਪਮਾਨ ਨਹੀਂ ਹੋਇਆ, ਕੋਈ ਦੇਸ਼ ਨਹੀਂ ਟੁੱਟਿਆ, ਕੋਈ ਬਿਲਡਿੰਗ ਨਹੀਂ ਢਹੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਫਰ ਟੀਵੀ ਤੇ ਮੈਂ ਹਾਂ ਰਾਜਵੀਰ ਸਿੰਘ। ਅੱਜ ਅਸੀਂ ਪਹੁੰਚੇ ਹਾਂ ਪਿੰਡ ਪੰਜੋਲੀ ਵਿਖੇ ਤੇ ਸਾਡੇ ਨਾਲ ਨੇ ਕਰਨੈਲ ਸਿੰਘ ਜੀ ਪੰਜੋਲੀ ਜੋ ਐਸਜੀਪੀਸੀ ਦੇ ਮੈਂਬਰ ਵੀ ਨੇ ਤੇ ਹੁਣ ਅਕਾਲੀ ਦਲ ਨੇ ਉਹਨਾਂ ਨੂੰ ਮੀਤ ਪ੍ਰਧਾਨ ਵੀ ਲਾਇਆ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪੰਜੋਲੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜੋਲੀ ਸਾਹਿਬ ਅਕਾਲੀ ਦਲ ਵੱਲੋਂ ਤੁਹਾਨੂੰ ਮੀਤ ਪ੍ਰਧਾਨ ਲਾਇਆ ਗਿਆ, ਕਿਵੇਂ ਦੇਖਦੇ ਹੋ? ਦੇਖੋ ਮੈਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਬਹੁਤ ਛੋਟੀ ਉਮਰ ਤੋਂ ਕੰਮ ਕਰਦਾ ਜੀ। 17 ਸਾਲ ਦੀ ਉਮਰ 'ਚ ਮੈਂ ਪਹਿਲੀ ਵਾਰ ਜਥੇਦਾਰ ਮੋਹਨ ਸਿੰਘ ਤੁੜ ਸਾਹਿਬ ਨਾਲ ਅੰਬਾਲੇ ਦੀ ਜੇਲ੍ਹ ਵਿੱਚ, ਕਰਨਾਲ ਦੀ ਰੋਹਤਕ ਹਿਸਾਰ ਜੇਲ੍ਹ, ਇਹਨਾਂ ਵਿੱਚ ਕੈਦ ਕੱਟੀ ਹੈ ਜੀ। 17 ਸਾਲ ਦੀ ਉਮਰ ਤੋਂ ਲੈ ਕੇ ਅੱਜ ਤੱਕ ਲਗਾਤਾਰ ਜੀ ਮੈਂ ਮਤਲਬ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਵਰਕ ਕੀਤਾ। 5 ਸਾਲ ਕੈਦ ਵੀ ਕੱਟੀ, 2 ਮਹੀਨੇ ਰੂਹ ਪੋਸ ਵੀ ਰਿਹਾ ਜੀ। ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਜੀ ਬੜਾ ਤਸ਼ੱਦਦ ਵੀ ਸਹਾਰਿਆ। ਮੇਰੀ ਧਰਮ ਪਤਨੀ ਵੀ ਬਟਾਲੇ ਐਸਐਸਪੀ ਗੋਬਿੰਦ ਰਾਮ ਨੇ ਫੜ ਕੇ ਬੀਕੋ ਇੰਟੈਰੋਗੇਸ਼ਨ ਸੈਂਟਰ 'ਚ ਸਾਨੂੰ ਰੱਖਿਆ, ਇੰਟੈਰੋਗੇਟ ਕੀਤਾ ਉਹਨੇ। ਅਸੀਂ ਬੜਾ ਜ਼ਬਰ ਸਹਾਰਿਆ, ਬੜਾ ਜ਼ੁਲਮ ਅਸੀਂ ਸਹਾਰਿਆ ਜੀ। ਇੱਕ ਲੰਮਾ ਸਫ਼ਰ ਮਤਲਬ ਸ਼੍ਰੋਮਣੀ ਅਕਾਲੀ ਦਲ ਲਈ ਕੀਤਾ ਜੀ। ਤੇ ਮੈਂ ਸਮਝਦਾ ਵੀ ਸ਼੍ਰੋਮਣੀ ਅਕਾਲੀ ਦਲ ਨੇ ਮੀਤ ਪ੍ਰਧਾਨ ਦੀ ਜੋ ਸੇਵਾ ਮੈਨੂੰ ਦਿੱਤੀ ਹੈ ਜੀ, ਚਲੋ ਉਹ ਤਾਂ ਪਾਰਟੀ ਨੇ ਜੋ ਠੀਕ ਸਮਝਿਆ ਕੀਤੀ, ਪਰ ਮੈਂ ਆਪਣੀ ਪੋਸਟ ਰਾਹੀਂ ਇੱਕ ਗੱਲ ਜ਼ਰੂਰ ਉਠਾਈ ਸੀ ਜੀ ਵੀ ਅਹੁਦਿਆਂ ਦੀ ਜਕੜ ਵਿੱਚ ਨਹੀਂ ਮਤਲਬ ਪਾਰਟੀ ਨੂੰ ਰੱਖਣਾ ਚਾਹੀਦਾ। ਜੀ ਪਾਰਟੀ ਨੂੰ ਕਿਤੇ ਨਾ ਕਿਤੇ ਸਿਧਾਂਤਾਂ ਨਾਲ, ਪਰੰਪਰਾ, ਮਰਿਆਦਾ ਉਹਦੇ ਨਾਲ ਜੋੜਨ ਦੇ ਯਤਨ ਕਰਨੇ ਚਾਹੀਦੇ ਨੇ ਜੀ। ਜੇ ਤੁਸੀਂ ਸਿਧਾਂਤਾਂ ਦੀ ਪਹਿਰੇਦਾਰੀ ਕਰੋਗੇ ਜੀ ਤਾਂ ਮਤਲਬ ਤੁਹਾਡਾ ਬਿਨਾਂ ਉਹਦੇ ਤੋਂ ਵੀ ਸਤਿਕਾਰ ਅਤੇ ਸਨਮਾਨ ਬਣਿਆ ਰਹੇਗਾ ਜੀ। ਮੈਂ ਮਹਿਸੂਸ ਕਰਦਾ ਕਿ ਮੇਰਾ ਸਫ਼ਰ ਜਿਹੜਾ ਜਿੰਨੀ ਕੁਰਬਾਨੀ ਮੈਂ ਕੀਤੀ ਹੈ, ਸੇਵਾ ਮੈਂ ਕੀਤੀ ਹੈ, ਇਮਾਨਦਾਰੀ ਨਾਲ ਕਰੀ ਹੈ ਜੀ, ਉਹਦਾ ਕੋਈ ਰੁਤਬਾ ਮਤਲਬ ਜਿਹੜਾ ਕੋਈ ਉਹਦਾ ਕੋਈ ਅਹੁਦੇ ਮਤਲਬ ਉਹਦੇ ਸਾਹਮਣੇ ਕੋਈ ਬਹੁਤੇ ਅਰਥ ਨਹੀਂ ਰੱਖਦੇ ਜੀ। ਅਤੇ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਦੁਆਰਾ ਇੱਕ ਚਿੱਠੀ ਵੀ ਲਿਖੀ ਸੀ ਫਿਰ ਜੀ ਵੀ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਨੂੰ। ਜੀ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਹੈ, ਪੰਜਾਬ ਦੇ ਹਿੱਤਾਂ ਲਈ ਲੜਨ ਵਾਲੀ ਹੈ ਜੀ, ਅਤੇ ਇਹਦਾ ਏਜੰਡਾ ਜਿਹੜਾ ਉਹ ਪੰਥਕ ਹੋਣਾ ਚਾਹੀਦਾ ਜੀ। ਜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਜੀ, ਉਹ ਸਰਕਾਰ ਜਿਹੜੀ ਹੈ ਉਹਦੀ ਪਹਿਲੀ ਜ਼ਿੰਮੇਵਾਰੀ ਹੈ ਮਤਲਬ ਜਿਹੜਾ ਸਿੱਖੀ ਦੀ ਚੜ੍ਹਦੀ ਕਲਾ ਹੋਵੇ ਜੀ, ਸਿੱਖ ਸਿਧਾਂਤਾਂ ਦੀ, ਪਰੰਪਰਾਵਾਂ ਦੀ ਅਤੇ ਮਰਿਆਦਾ ਦੀ ਗੱਲ ਹੋਣੀ ਚਾਹੀਦੀ ਹੈ। ਪੰਜਾਬ ਤਰੱਕੀ ਕਰੇ, ਇਸੇ ਯਤਨ ਹੋਣੇ ਚਾਹੀਦੇ ਨੇ। ਜੀ ਪੰਜੋਲੀ ਸਾਹਿਬ ਸਿਧਾਂਤਾਂ ਦੀ ਗੱਲ ਕੀਤੀ ਹੈ ਤੁਸੀਂ, ਕਿ ਸ਼੍ਰੋਮਣੀ ਜੋ ਅਕਾਲੀ ਦਲ ਹੈ ਉਹ ਅੱਜ ਸਿਧਾਂਤਕ ਤੌਰ 'ਤੇ ਖੜਾ ਆਪਣੇ ਸਿਧਾਂਤਾਂ 'ਤੇ? ਦੇਖੋ ਮਤਲਬ ਜਦੋਂ ਮੈਂ ਮਹਿਸੂਸ ਕਰਦਾ ਕਿ ਜਿਹੜੀ ਪੁਰਾਤਨ ਲੀਡਰਸ਼ਿਪ ਸੀ ਜਿਨ੍ਹਾਂ ਵਿੱਚ ਜਥੇਦਾਰ ਮੋਹਨ ਸਿੰਘ ਤੁੜ ਸਾਹਿਬ ਜੀ, ਸੰਤ ਲੌਂਗੋਵਾਲ ਸਾਹਿਬ ਬਰਨਾਲਾ, ਜਥੇਦਾਰ ਗੁਰਚਰਨ ਸਿੰਘ ਟੌੜਾ ਤਲਵੰਡੀ ਸਾਹਿਬ ਜੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਇਹਨਾਂ ਨੇ ਮਤਲਬ ਸਾਰਿਆਂ ਨੇ ਕੈਦ ਕੱਟੀ ਸੀ। ਜੀ।
ਇਹਨਾਂ ਨੇ ਇੱਕ ਕੁਰਬਾਨੀ ਕੀਤੀ, ਸਮੇਂ ਸਮੇਂ ਤਿਆਗ ਵੀ ਦਿਖਾਇਆ ਇਹਨਾਂ ਨੇ ਜੀ। ਇੱਕ ਲੰਮਾ ਸਫ਼ਰ ਸ਼੍ਰੋਮਣੀ ਅਕਾਲੀ ਦਲ ਲਈ ਇਹਨਾਂ ਨੇ ਤੈਅ ਕੀਤਾ ਜੀ। ਅਤੇ ਮੈਂ ਸਮਝਦਾ ਕਿ ਜੋ ਰਵਾਇਤਾਂ ਜੋ ਪਰੰਪਰਾਵਾਂ ਉਸ ਸਮੇਂ ਸਨ ਜੀ, ਅੱਜ ਉਹ ਕਿਤੇ ਨਜ਼ਰ ਨਹੀਂ ਪੈ ਰਹੀਆਂ। ਜੀ। ਅਸੀਂ ਪਿਛਲੇ ਸਮੇਂ ਦੇ ਵਿੱਚ ਜਿਹੜੀ ਮਤਲਬ ਚੋਣ ਹਾਰੇ ਹਾਂ, ਜੀ, ਜਿਹਦੇ ਵਿੱਚ ਸਾਨੂੰ ਕੇਵਲ 15 ਸੀਟਾਂ ਮਿਲੀਆਂ ਨੇ, ਜੀ, ਉਹਦਾ ਵੱਡਾ ਕਾਰਨ ਵੀ ਮੈਂ ਸਮਝਦਾ ਕਿ ਅਸੀਂ ਸਿਧਾਂਤ ਤੋਂ ਕਿਤੇ ਨਾ ਕਿਤੇ ਥਿੜਕ ਗਏ। ਜੀ। ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲੀ ਜ਼ਿੰਮੇਵਾਰੀ ਉਹਦੀ ਸਿਧਾਂਤਾਂ ਦੀ ਪਹਿਰੇਦਾਰੀ ਹੈ। ਪੰਥ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਣ ਦੇ ਯਤਨ ਕਰਨ ਵਾਲੀਆਂ ਸਕੀਮਾਂ, ਪਾਲਿਸੀਆਂ ਉਹ ਬਣਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ। ਜੇ ਸਰਕਾਰ ਬਣਾਉਣ ਲਈ ਜ਼ਰੂਰੀ ਹੈ ਵੀ ਦੂਜੀਆਂ ਜਿਹੜੀਆਂ ਵੋਟਾਂ ਨੇ ਸਾਰੀਆਂ ਉਹਨਾਂ ਨੂੰ ਵੀ ਇਕੱਠੀਆਂ ਕਰਨਾ ਚਾਹੀਦਾ। ਸਰਕਾਰ ਕੇਵਲ ਇਕੱਲੇ ਸਿੱਖਾਂ ਨਾਲ ਨਹੀਂ ਬਣ ਸਕਦੀ, ਇਹ 'ਚ ਕੋਈ ਦੋ ਰਾਮਾ ਨਹੀਂ। ਇਹਦੇ ਲਈ ਦੂਜੀਆਂ ਕਮਿਊਨਿਟੀਆਂ ਜਿਹੜੀਆਂ ਨੇ, ਮੁਸਲਮਾਨ ਕਮਿਊਨਿਟੀ ਹੈ, ਹਿੰਦੂ ਕਮਿਊਨਿਟੀ ਹੈ, ਦਲਿਤ ਭਾਈਚਾਰਾ, ਬਾਜੀਗਰ ਬਰਾਦਰੀ ਹੈ, ਹੋਰ ਲੋਕ ਨੇ, ਉਹਨਾਂ ਨੂੰ ਨਾਲ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੈ। ਸਰਬੱਤ ਦੇ ਭਲੇ ਦਾ ਕੰਸੈਪਟ ਵੀ ਜ਼ਰੂਰੀ ਹੈ ਅਤੇ ਪੰਥਕ ਏਜੰਡਾ ਵੀ ਜ਼ਰੂਰੀ ਹੈ। ਅਤੇ ਸਰਕਾਰ ਬਣਾਏ ਬਗੈਰ ਸ਼੍ਰੋਮਣੀ ਅਕਾਲੀ ਦਲ ਦਾ ਗੁਜ਼ਾਰਾ ਵੀ ਨਹੀਂ ਹੈ। ਦੇਖੋ, ਜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ, ਪਿਛਲੇ ਸਮੇਂ ਵਿੱਚ ਕੁਝ ਗਲਤੀਆਂ ਹੋਈਆਂ ਵੀ ਨੇ, ਪਰ ਉਹ ਗਲਤੀਆਂ ਦੇ ਬਾਵਜੂਦ ਵੀ ਮਤਲਬ ਆਪਣਾ ਵਿਰਾਸਤ-ਏ ਖਾਲਸਾ, ਚੱਪੜ ਚਿੜੀ ਦੇ ਮੈਦਾਨ ਦੀ ਯਾਦਗਾਰ, ਵੱਡੇ ਘੱਲੂ ਘਾਰੇ ਦੀ ਯਾਦਗਾਰ, ਛੋਟੇ ਘੱਲੂ ਘਾਰੇ ਦੀ ਯਾਦਗਾਰ, ਬੜੀਆਂ ਯਾਦਗਾਰਾਂ ਅਕਾਲੀ ਸਰਕਾਰ ਨੇ ਬਣਾਈਆਂ ਨੇ ਅਤੇ ਆਉਣ ਵਾਲੀ ਕੱਲ੍ਹ ਵੀ ਹਲੇ ਬਹੁਤ ਕੁਝ ਬਣਾਉਣ ਵਾਲਾ। ਅਤੇ ਮੈਂ ਸਮਝਦਾ ਵੀ ਅਕਾਲੀ ਦਲ ਨੂੰ ਸਿਧਾਂਤਾਂ ਨੂੰ ਦੀ ਪਹਿਰੇਦਾਰੀ ਕਰਨੀ ਚਾਹੀਦੀ ਹੈ। ਲੀਡਰਸ਼ਿਪ ਨੂੰ ਗੁਰਮਤ ਜਿਹੜੀ ਹੈ ਉਹਦੇ ਧਾਰਨੀ ਹੋਣਾ ਚਾਹੀਦਾ। ਜੀ। ਪੰਜੋਲੀ ਸਾਹਿਬ, ਤੁਸੀਂ ਵਿਰਾਸਤ-ਏ ਖਾਲਸਾ ਦੀ ਗੱਲ ਕੀਤੀ ਹੈ, ਤਾਂ ਵਿਰਾਸਤ-ਏ ਖਾਲਸਾ ਦੇ ਵਿੱਚ ਜੋ ਹੀਰ ਰਾਂਝਿਆਂ ਦੀ ਚਿੱਤਰਕਾਰੀ ਦਿਖਾਈ ਗਈ ਹੈ, ਇਹ ਸਿੱਖ ਸੰਗਤ ਵੱਲੋਂ ਇਸ ਦਾ ਵਿਰੋਧ ਵੀ ਹੋਇਆ, ਪਰ ਕਿਤੇ ਨਾ ਕਿਤੇ ਦਬਾ ਦਿੱਤੀ ਗਈ ਆ ਉਹ। ਦੇਖੋ, ਮੈਂ ਸਮਝਦਾ ਵੀ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਵੀ ਜਿਹੜੀ ਹੀਰ ਰਾਂਝੇ ਦੀ ਤਸਵੀਰ ਲੱਗ ਗਈ ਉੱਥੇ। ਇਕੱਲਾ ਵਿਰਾਸਤ-ਏ ਖਾਲਸਾ ਮਤਲਬ ਜਿਹੜਾ ਵੀ ਉਹ ਕੇਵਲ ਸਿੱਖਾਂ ਦਾ ਹੀ ਨਹੀਂ ਬਲਕਿ ਪੰਜਾਬ ਦਾ ਵੀ ਹੈ। ਪੰਜਾਬ ਦਾ ਵਿਰਸਾ ਵੀ ਜਿਹੜਾ ਉਹਦੇ ਵਿੱਚ ਕਿਤੇ ਨਾ ਕਿਤੇ ਵਿਰਾਸਤ-ਏ ਖਾਲਸਾ ਲਿਖਣ ਦੀ ਥਾਂ 'ਤੇ ਜੇ ਉਸਨੂੰ ਵਿਰਾਸਤ-ਏ ਪੰਜਾਬ ਲਿਖ ਦਿੰਦੇ, ਨਹੀਂ, ਮਤਲਬ ਉਹਦੇ 'ਚ ਮੈਂ ਸਮਝਦਾ ਵੀ ਵੱਡੀ ਗੱਲ ਸਾਨੂੰ ਦੇਖਣੀ ਚਾਹੀਦੀ ਹੈ ਵੀ ਵਿਰਾਸਤ-ਏ ਖਾਲਸਾ ਵਿੱਚ ਸਿੱਖੀ ਦਾ ਕੀ ਕੰਸੈਪਟ ਹੈ, ਸਿੱਖ ਸਿਧਾਂਤਾਂ ਦਾ ਕੀ ਕੰਸੈਪਟ ਹੈ। ਜੇ ਕਿਤੇ ਛੋਟੀਆਂ ਮੋਟੀਆਂ ਮਤਲਬ ਗੱਲਾਂ ਵਿੱਚ ਹੋ ਵੀ ਗਈਆਂ ਤਾਂ ਉਹਨਾਂ ਨੂੰ ਇਗਨੋਰ ਕਰਨਾ ਚਾਹੀਦਾ। ਜੀ। ਪੰਜੋਲੀ ਸਾਹਿਬ, ਤੁਸੀਂ SGPC ਮੈਂਬਰ ਵੀ ਹੋ, ਤਾਂ SGPC ਸਟੂਡੈਂਟਸ ਐਜੂਕੇਸ਼ਨ ਵਾਸਤੇ ਕੀ ਕਰ ਰਹੀ ਹੈ? ਦੇਖੋ, ਪਿਛਲੇ ਸਮੇਂ ਦੇ ਵਿੱਚ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਰਥਿਕ ਤੌਰ 'ਤੇ ਬਹੁਤ ਮਜ਼ਬੂਤ ਸੀ। ਉਦੋਂ ਬਹੁਤ ਸਾਰੇ ਜਿਹੜੇ ਸਿੱਖ ਬੱਚੇ ਨੇ ਉਹਨਾਂ ਦੀਆਂ ਫੀਸਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾफ़ ਕੀਤੀਆਂ। ਜੰਮੂ ਕਸ਼ਮੀਰ 'ਚ ਫਲੱਡ ਆਇਆ ਸੀ, ਉਦੋਂ ਵੀ ਬਹੁਤ ਸਾਰੇ ਜੰਮੂ ਕਸ਼ਮੀਰ ਦੀਆਂ ਲੜਕੀਆਂ ਜਿਹੜੀਆਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ 'ਚ, ਮਾਤਾ ਗੁਜਰੀ ਕਾਲਜ 'ਚ ਪੜ੍ਹਦੀਆਂ ਸੀ, ਉਹਨਾਂ ਸਾਰਿਆਂ ਦੀਆਂ ਫੀਸਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾफ़ ਕੀਤੀਆਂ। ਲੇਕਿਨ ਹੁਣ ਜਿਹੜਾ ਹਾਲਾਤ ਨੇ, ਹੁਣ ਹਾਲਾਤ ਬੜੇ ਮਾੜੇ ਨੇ। ਇੱਕ ਤਾਂ ਕਾਰਨ ਇਹ ਹੈ ਕਿ ਵੱਡੀ ਪੱਧਰ 'ਤੇ ਬੱਚੇ ਜਿਹੜੇ ਨੇ, ਕਿਉਂਕਿ ਪੰਜਾਬ ਦੇ ਵਿੱਚ ਰੁਜ਼ਗਾਰ ਦਾ ਕੋਈ ਸਾਧਨ ਨਹੀਂ ਹੈ, ਰਿਪਲੇਸਮੈਂਟ ਕੋਈ ਹੈ ਹੀ ਨਹੀਂ, ਅਤੇ ਬੱਚੇ +2 ਕਰਨ ਤੋਂ ਬਾਅਦ ਆਈਲੈਟਸ ਕਰਦੇ ਨੇ, ਬਾਹਰ ਚਲੇ ਜਾਂਦੇ ਨੇ। ਇਸ ਲਈ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਲਜ ਨੇ, ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਹੈ, ਪੋਲੀਟੈਕਨਿਕ ਕਾਲਜ ਹੈ, ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਹੈ, ਜਾਂ ਮੰਜੀ ਸਾਹਿਬ ਕੋਟਾਂ ਕਾਲਜ ਹੈ, ਜਾਂ ਹੋਰ ਕਾਲਜ ਨੇ, ਉਹਨਾਂ ਕਾਲਜਾਂ ਵਿੱਚ ਸਟੂਡੈਂਟਾਂ ਦੀ ਗਿਣਤੀ ਬਹੁਤ ਘਟੀ ਹੈ। ਉਹਦੇ ਕਰਕੇ ਆਰਥਿਕ ਹਾਲਾਤ ਬਹੁਤੇ ਸ਼੍ਰੋਮਣੀ ਕਮੇਟੀ ਦੇ ਚੰਗੇ ਨਹੀਂ ਹਨ। ਇਸ ਕਰਕੇ ਫਿਲਹਾਲ ਤਾਂ ਮੈਂ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਇਹ ਕੰਮ ਔਖਾ ਹੈ ਬਈ ਕਿ ਹਰ ਇੱਕ ਦੀ ਫੀਸ ਮਾफ़ ਕੀਤੀ ਜਾ ਸਕੇ, ਪਰ ਉਹਦੇ ਬਾਵਜੂਦ ਵੀ ਬਹੁਤ ਸਾਰੇ ਬੱਚੇ ਐਸੇ ਨੇ ਕਿ ਜਿਨ੍ਹਾਂ ਦੀ ਫੀਸ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਰਦੀ ਹੈ। ਜੋੜੀ ਸਾਹਿਬ, ਪਿੱਛੇ ਬੀਬੀ ਜਗੀਰ ਕੌਰ ਦਾ ਬਿਆਨ ਆਇਆ ਵੀ ਜੋ ਕਰੋਨਾ ਕਾਲ ਦੇ ਵਿੱਚ ਜੋ ਲੋਕ ਕਰੋਨਾ ਦਾ ਸੰਤਾਪ ਹਟਾਉਂਦੇ ਹੋਏ ਮਰੇ ਨੇ, ਉਹਨਾਂ ਦੀ ਜੋ ਖਰਚਾ ਹੈ ਉਹ SGPC ਕਰੇਗੀ। ਦੇਖੋ, ਇੱਕ ਗੱਲ ਸਾਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ, ਇਹ ਖਾਲਸਾ ਪੰਥ ਦੀ ਇੱਕ ਧਾਰਮਿਕ ਨੁਮਾਇੰਦਾ ਜਥੇਬੰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਾਉਣ ਵਿੱਚ ਮਤਲਬ ਸਾਰੇ ਖਾਲਸਾ ਪੰਥ ਦਾ ਰੋਲ ਹੈ। ਇਹ ਪੰਥਕ ਸੰਸਥਾ ਹੈ। ਇਹਦੇ ਸਾਰੇ ਸੋਰਸ ਵੀ ਜਿਹੜੇ ਨੇ ਉਹ ਪੰਥਕ ਨੇ। ਜੇ ਗੁਰੂ ਕੀ ਸੰਗਤ ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਜਾਂ ਹੋਰ ਗੁਰਦੁਆਰੇ ਸਾਹਿਬਾਨ ਮੱਥਾ ਨਾ ਟੇਕੇ ਤਾਂ ਮੈਂ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੱਲ ਹੀ ਨਹੀਂ ਸਕਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਕ ਵਿੱਚ ਸਾਰੇ ਲੋਕ ਪੈਸੇ ਪਾਉਂਦੇ ਨੇ, ਲੇਕਿਨ ਇਹਦੇ ਸਾਧਨ ਜਿਹੜੇ ਨੇ
ਉਹ ਸਾਧਨ ਮੈਂ ਇਹ ਸਮਝਦਾ ਕਿ ਜਦੋਂ ਉਹਦੀ ਵਰਤੋਂ ਕਰਨੀ ਹੈ ਤਾਂ ਉਹਦੇ ਸਾਹਮਣੇ ਇੱਕ ਕਨਸੈਪਟ ਸਰਬੱਤ ਦੇ ਭਲੇ ਦਾ ਵੀ ਹੈ ਜੀ। ਜਦੋਂ ਅਸੀਂ ਇਹ ਕਰਾਂਗੇ ਵੀ ਸਰਬੱਤ ਦੇ ਭਲੇ ਦਾ ਕਨਸੈਪਟ ਸਾਡਾ ਦੇਖਾਂਗੇ ਗੁਰੂ ਨਾਨਕ ਸਾਹਿਬ ਨੇ ਜੋ ਸਾਨੂੰ ਦਿੱਤਾ ਜੀ, ਅਤੇ ਅਸੀਂ ਮਤਲਬ ਜਦੋਂ ਅਰਦਾਸ ਕਰਦੇ ਹਾਂ, ਅਰਦਾਸ ਵਿੱਚ ਅਖੀਰਲੇ ਸ਼ਬਦ ਵੀ ਸਾਡੇ ਹੁੰਦੇ ਨੇ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ। ਅਤੇ ਮੈਂ ਸਮਝਦਾ ਕਿ ਸਰਬੱਤ ਦੇ ਭਲੇ ਦੇ ਕਨਸੈਪਟ ਅਨੁਸਾਰ ਜੀ ਕਰੋਨਾ ਵਿੱਚ ਜਿਹੜੇ ਲੋਕਾਂ ਨੇ ਮੋਹਰੀ ਰੋਲ ਅਦਾ ਕੀਤਾ ਜੀ, ਡਾਕਟਰ ਨੇ, ਮਤਲਬ ਨਰਸਾਂ ਨੇ ਜਾਂ ਹੋਰ ਸਟਾਫ ਹੈ, ਪੁਲਿਸ ਮੁਲਾਜ਼ਮ ਨੇ, ਉਹਨਾਂ ਦੀ ਮਦਦ ਕਰਨੀ ਕੋਈ ਗੁਨਾਹ ਨਹੀਂ ਹੈ, ਕੋਈ ਮਾੜਾ ਕੰਮ ਨਹੀਂ, ਚੰਗਾ ਕੰਮ ਹੈ ਜੀ। ਉਹਦੇ ਲਈ ਸਾਡਾ ਮਤਲਬ ਸਾਡੀ ਸੰਸਥਾ ਦਾ ਰੁਤਬਾ ਜਿਹੜਾ ਸਿੱਖਾਂ ਦਾ ਰੁਤਬਾ ਵੱਧਦਾ ਹੈ ਜੀ। ਦੇਖੋ ਪਿਛਲੇ ਸਮੇਂ ਵਿੱਚ ਕਰੋਨਾ ਵਿੱਚ ਦੁਨੀਆ ਭਰ ਵੀ ਸਿੱਖਾਂ ਨੇ ਲੰਗਰ ਲਾਏ ਜੀ, UN ਨੇ ਵੀ ਸਾਡੀ ਪ੍ਰਸ਼ੰਸਾ ਕੀਤੀ, ਅਮਰੀਕਾ ਦੇ ਰਾਸ਼ਟਰਪਤੀ ਨੇ ਵੀ ਕੀਤੀ ਜੀ, ਅਤੇ ਅਮਰੀਕਾ ਦੇ ਰਾਸ਼ਟਰਪਤੀ ਨੇ ਇੱਥੋਂ ਤੱਕ ਕਿਹਾ ਵੀ ਹਰ ਦੇਸ਼ ਗੁਰਦੁਆਰਾ ਹੋਣਾ ਚਾਹੀਦਾ ਜੀ, ਹਰ ਦੇਸ਼ ਵਿੱਚ ਸਿੱਖ ਹੋਣਾ ਚਾਹੀਦਾ, ਹਰ ਦੇਸ਼ ਵਿੱਚ ਲੰਗਰ ਹੋਣਾ ਚਾਹੀਦਾ ਜੀ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਕਹੀ, ਇੰਗਲੈਂਡ ਦੇ ਮਤਲਬ ਪ੍ਰਧਾਨ ਮੰਤਰੀ ਨੇ ਕਹੀ ਜੀ, ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਕਹੀ ਜੀ। ਸਾਡੀ ਬੜੀ ਪ੍ਰਸ਼ੰਸਾ ਹੋਈ, ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ ਵੀ, ਮੋਦੀ ਸਾਹਿਬ ਨੂੰ ਵੀ ਕਹਿਣਾ ਪਿਆ ਜੀ ਕਿ ਸਿੱਖਾਂ ਵਰਗੀ ਦਾਨੀ ਕੌਮ ਕੋਈ ਹੋਰ ਹੋ ਨਹੀਂ ਸਕਦੀ ਜੀ। ਇਸ ਕਰਕੇ ਮੈਂ ਸਮਝਦਾ ਵੀ ਬੀਬੀ ਜਗੀਰ ਕੌਰ ਨੇ ਜੋ ਫੈਸਲਾ ਕੀਤਾ ਉਹ ਗੁਰੂ ਸਾਹਿਬ ਦੇ ਸਿਧਾਂਤ ਅਨੁਸਾਰ ਸਰਬੱਤ ਦੇ ਭਲੇ ਦੇ ਕਨਸੈਪਟ ਅਨੁਸਾਰ ਹੀ ਹੈ ਜੀ। ਤੁਸੀਂ ਗੱਲ ਕੀਤੀ ਆ ਵੱਖ-ਵੱਖ ਦੇਸ਼ਾਂ ਨੇ ਜੋ ਸਿੱਖਾਂ ਦੀ ਪ੍ਰਸ਼ੰਸਾ ਕੀਤੀ ਆ, ਪਰ ਹਾਲ ਹੀ ਦੇ ਵਿੱਚ ਪਿੱਛੇ ਜੇ ਆਪਾਂ 26 ਜਨਵਰੀ ਦੀ ਘਟਨਾ ਦੀ ਗੱਲ ਕਰੀਏ ਤਾਂ ਉੱਥੇ ਕੇਸਰੀ ਝੰਡੇ ਦਾ ਇਤਰਾਜ਼ ਵੀ ਬਹੁਤ ਹੋਇਆ। ਦੇਖੋ ਮੈਂ ਇਹ ਸਮਝਦਾ ਕਿ ਦੇਸ਼ ਜਿਹੜਾ ਇਹ ਅੱਜ ਹੋਂਦ ਵਿੱਚ ਹੈ ਜੀ ਤਾਂ ਇਹ ਸਿੱਖਾਂ ਦੀ ਕੁਰਬਾਨੀ ਕਰਕੇ ਹੈ ਜੀ। ਸਭ ਤੋਂ ਵੱਧ ਸ਼ਹਾਦਤਾਂ ਸਿੱਖਾਂ ਨੇ ਦਿੱਤੀਆਂ, ਕੁਰਬਾਨੀ ਸਿੱਖਾਂ ਨੇ ਕੀਤੀ। ਲਾਲ ਕਿਲ੍ਹੇ 'ਤੇ ਕੇਸਰੀ ਨਿਸ਼ਾਨ ਕੋਈ ਇੱਕ ਵਾਰੀ ਥੋੜ੍ਹਾ ਝੁੱਲਿਆ ਜੀ, ਬੜੀ ਵਾਰ ਝੁੱਲ ਚੁੱਕਿਆ ਜੀ। ਅਤੇ ਸਿੱਖ ਮਾਣ ਕਰਦੇ ਨੇ, ਗੌਰਵ ਕਰਦੇ ਨੇ ਕਿ ਜਿਹੜਾ ਲਾਲ ਕਿਲ੍ਹੇ ਦੇ ਉੱਤੇ ਖਾਲਸਾਈ ਕੇਸਰੀ ਨਿਸ਼ਾਨ ਹੈ ਜੀ, ਇਹ ਸਾਡੀ ਇੱਕ ਵਿਰਾਸਤ ਦਾ ਹਿੱਸਾ ਜੀ, ਸਾਡੇ ਇਤਿਹਾਸ ਦਾ ਹਿੱਸਾ ਜੀ। ਜਦੋਂ ਵੀ ਸਿੱਖ ਲਾਲ ਕਿਲ੍ਹੇ ਦੇ ਅੱਗੇ ਦੀ ਲੰਘਦਾ ਉਹਨੂੰ ਬਘੇਲ ਸਿੰਘ ਯਾਦ ਆਉਂਦਾ ਜੀ ਕਿ ਇਸ ਕਿਲ੍ਹੇ ਦੇ ਉੱਤੇ ਸਰ ਬਘੇਲ ਸਿੰਘ ਉਹਨਾਂ ਨੇ ਝੰਡਾ ਚਲਾ ਕੇ ਰਾਜ ਕੀਤਾ ਸੀ ਜੀ। ਅਤੇ ਮੈਂ ਸਮਝਦਾ ਕੋਈ ਗੁਨਾਹ ਨਹੀਂ ਕੀਤਾ ਸੀ ਜਿਨ੍ਹਾਂ ਨੌਜਵਾਨਾਂ ਨੇ ਮਤਲਬ ਕੇਸਰੀ ਨਿਸ਼ਾਨ ਸਾਹਿਬ ਚਲਾ ਕੇ ਕੋਈ ਤਿਰੰਗੇ ਦਾ ਅਪਮਾਨ ਨਹੀਂ ਹੋਇਆ, ਕੋਈ ਦੇਸ਼ ਨਹੀਂ ਟੁੱਟਿਆ, ਕੋਈ ਬਿਲਡਿੰਗ ਨਹੀਂ ਢਹੀ, ਕੋਈ ਲੋਕ ਨਹੀਂ ਮਰੇ, ਕੋਈ ਹਲਚਲ ਇਹੋ ਜਿਹੀ ਨਹੀਂ ਹੋਈ ਜਿਹਦੇ ਨਾਲ ਮਤਲਬ ਦੇਸ਼ ਦੀ ਏਕਤਾ ਔਰ ਅਖੰਡਤਾ ਨੂੰ ਖਤਰਾ ਪੈਦਾ ਹੋ ਗਿਆ। ਇਹ ਘਟਨਾ ਜਿਹੜੀ ਹੈ ਬੇਲੋੜੀ ਇਹਦੀ ਮਤਲਬ ਪ੍ਰਚਾਰ ਕੀਤਾ ਗਿਆ, ਬੇਲੋੜੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ, ਬੇਲੋੜੇ ਮੁਕੱਦਮੇ ਦਰਜ ਕੀਤੇ ਗਏ। ਮੈਂ ਇਹਦੀ ਨਿੰਦਾ ਕਰਦਾ, ਪਹਿਲਾਂ ਵੀ ਮੈਂ ਕੀਤੀ ਹੈ, ਹੁਣ ਵੀ ਤੁਹਾਡੇ ਚੈਨਲ ਰਾਹੀਂ ਇਹਦੀ ਨਿੰਦਾ ਕਰਦੇ ਹਾਂ। ਇਹ ਕੋਈ ਗੁਨਾਹ ਨਹੀਂ ਸੀ ਝੰਡਾ ਚਲਾਉਣਾ, ਸਗੋਂ ਮਤਲਬ ਕਹਿਣਾ ਚਾਹੀਦਾ ਸੀ ਵੀ ਇਹ ਸਿੱਖ ਆਪਣਾ ਭਾਰਤ ਦੀ ਸਰਕਾਰ ਨੂੰ ਕਿ ਜੇ ਖਾਲਸਿਆਂ ਨੇ ਉੱਥੇ ਝੰਡਾ ਚਲਾਇਆ, ਇਟ ਮੀਨਜ਼ ਖਾਲਸੇ ਲਾਲ ਕਿਲ੍ਹੇ ਨੂੰ ਆਪਣਾ ਹਿੱਸਾ ਮੰਨਦੇ ਨੇ ਤਾਂ ਹੀ ਚਲਾਇਆ ਨਾ ਜੀ। ਅਤੇ ਇਸ ਕਰਕੇ ਮੈਂ ਸਮਝਦਾ ਵੀ ਉਹਨਾਂ ਨੇ ਗਲਤ ਫੈਸਲਾ ਸੀ ਭਾਰਤ ਦੀ ਸਰਕਾਰ ਦਾ ਜਿਹੜਾ ਉਹਨਾਂ ਨੇ ਕੀਤਾ ਜੀ। ਪੰਜੋਲੀ ਸਾਹਿਬ, ਜੂਨ 1984 ਦੀ ਗੱਲ ਕਰੀਏ ਤਾਂ ਹੁਣ ਵੀ ਜੂਨ ਦਾ ਮਹੀਨਾ ਚੱਲ ਰਿਹਾ ਹੈ। ਜੋ ਟੌੜਾ ਸਾਹਿਬ ਵੱਲੋਂ 1000 ਕਰੋੜ ਦਾ ਜੋ ਸੰਪਤੀ ਦਾ ਕੇਸ ਲਾਇਆ ਗਿਆ ਸੀ, ਉਸ ਦੀ ਪੈਰਵਾਈ ਕਿੱਥੇ ਤੱਕ ਪਹੁੰਚੀ? ਦੇਖੋ ਉਹ ਹੁਣ ਇਸ ਟਾਈਮ ਉਹਦੀ ਪੋਜੀਸ਼ਨ ਇਹ ਹੈ ਕਿ ਕਰੋਨਾ ਕਰਕੇ ਪਿਛਲੇ 6 ਮਹੀਨੇ ਤੋਂ ਪੈਂਡਿੰਗ ਹੈ ਜੀ। ਉਹ ਦਿੱਲੀ ਦੀ ਹਾਈ ਕੋਰਟ ਦੇ ਵਿੱਚ ਕੇਸ ਚੱਲਦਾ ਜੀ। ਉਹ 1000 ਕਰੋੜ ਰੁਪਈਏ ਦਾ ਕੇਵਲ ਮੁਆਵਜ਼ਾ ਲੈਣ ਦਾ ਮਸਲਾ ਨਹੀਂ ਹੈ ਜੀ। ਉਹ ਮਸਲਾ ਤਾਂ ਜਿਹੜਾ ਮਤਲਬ ਸਰਕਾਰ ਨੂੰ ਇਹ ਦੱਸਣਾ ਕਿ ਤੁਸੀਂ 30 ਮਾਰਚ ਤੱਕ ਤਾਂ ਡਾਇਲਾਗ ਕਰਦੇ ਹੋ, ਗੱਲਾਂ ਬਾਤਾਂ ਕਰਦੇ ਹੋ, ਮੀਟਿੰਗਾਂ ਕਰਦੇ ਹੋ ਜੀ। 31 ਤਰੀਕ ਨੂੰ ਤੁਸੀਂ ਗੋਲੀ ਚਲਾ ਦਿੰਦੇ ਹੋ ਜੀ, ਅਤੇ 3 ਤਰੀਕ ਦੀ ਮਤਲਬ ਰਾਤ ਨੂੰ ਸਵੇਰ ਨੂੰ ਤੁਸੀਂ ਸਾਰੇ ਪੰਜਾਬ ਨੂੰ ਕਰਫਿਊ ਲਾ ਦਿੰਦੇ ਹੋ ਜੀ, ਘੇਰਾ ਪਾ ਲੈਂਦੇ ਹੋ, ਫੌਜ ਲਾ ਦਿੰਦੇ ਹੋ, ਦਰਬਾਰ ਸਾਹਿਬ ਨੂੰ ਘੇਰਾ ਪਾ ਲੈਂਦੇ ਹੋ ਜੀ, ਅਤੇ ਬਿਨਾਂ ਅਨਾਊਂਸਮੈਂਟ ਕੀਤੇ ਹੀ ਮਤਲਬ ਤੁਸੀਂ ਮਤਲਬ ਲੋਕਾਂ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਕਰ ਦਿੰਦੇ ਹੋ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ, ਸੰਗਤ ਬਹੁਤ ਵੱਡੀ ਗਿਣਤੀ ਵਿੱਚ ਉੱਥੇ ਅੰਦਰ ਮੱਥਾ ਟੇਕਣ ਆਈ ਹੋਈ ਹੈ ਜੀ, ਅਤੇ ਉਹਨਾਂ ਨੂੰ ਨਿਕਲਣ ਦਾ ਮੌਕਾ ਵੀ ਨਹੀਂ ਦਿੱਤਾ ਫੌਜ ਨੇ ਜੀ, ਕਿਉਂਕਿ ਜਦੋਂ ਚਾਰੇ ਪਾਸੇ ਟੈਂਕ ਲੱਗ ਗਏ, ਚਾਰੇ ਪਾਸੇ ਗੋਲਾਬਾਰੀ ਸ਼ੁਰੂ ਹੋ ਗਈ, ਸਾਰੇ ਲੋਕ ਅੰਦਰ ਸਰਾਵਾਂ 'ਚ ਬੈਠ ਕੇ, ਕੋਈ ਕਿਸੇ ਕਮਰੇ 'ਚ ਬਹਿ ਗਿਆ, ਕਿਸੇ 'ਚ ਬਹਿ ਗਿਆ, ਲੋਕ ਅੰਦਰੋਂ ਨਿਕਲ ਨਾ ਸਕੇ। ਬਹੁਤ ਵੱਡੀ ਗਿਣਤੀ ਵਿੱਚ ਮਤਲਬ ਸਿੱਖਾਂ ਦਾ ਨਰਸੰਹਾਰ ਉੱਥੇ ਕੀਤਾ ਗਿਆ। ਜੇ ਤੁਸੀਂ ਕਦੇ ਨਾ ਇਹਨੂੰ ਧਿਆਨ ਨਾਲ ਬਚਣ ਦਾ ਯਤਨ ਕਰੋ, ਹੁਣ ਕਈ ਸੱਜਣ ਕਹਿ ਦਿੰਦੇ ਨੇ ਵੀ ਜੀ ਅੰਦਰੋਂ ਵੀ ਲੜੇ ਨੇ ਸਿੱਖ, ਅੰਦਰ ਲੜਨ ਵਾਲੇ ਤਾਂ 300 ਸੀ ਜੀ, ਲੇਕਿਨ ਜਿਹੜੀ ਸੰਗਤ ਇੰਨੀ ਮਤਲਬ ਫੜ ਕੇ ਘੇਰ ਕੇ ਇਕੱਠੇ ਕਰਕੇ ਕਮਰਿਆਂ 'ਤੇ ਬੰਬ ਸੁੱਟ ਕੇ ਮਾਰੀ, ਉਹ ਸੰਗਤ ਦਾ ਕੀ ਕਸੂਰ ਸੀ ਜੀ।
ਤੇ ਇਹ ਇਸੇ ਤਰ੍ਹਾਂ ਦਾ ਹਮਲਾ ਸੀ ਜਿਸ ਤਰ੍ਹਾਂ ਨਾਜ਼ੀਆਂ ਨੇ ਯਹੂਦੀਆਂ ਉੱਤੇ ਕੀਤਾ। ਯਹੂਦੀਆਂ ਨੂੰ ਇਕੱਠੇ ਕਰਕੇ ਚੈਂਬਰਾਂ 'ਚ ਸੱਟਿਆ ਗਿਆ, ਫਿਰ ਗੈਸ ਦੇ ਨਾਲ ਗੈਸ ਛੱਡ ਦਿੱਤੀ ਗਈ, ਮਾਰ ਦਿੱਤੇ ਗਏ ਸਾਰੇ। ਇਸੇ ਤਰ੍ਹਾਂ ਦਾ ਨਰਸੰਹਾਰ ਸਾਡਾ ਕਰਨ ਦਾ ਯਤਨ ਕੀਤਾ ਗਿਆ। ਟੌਹੜਾ ਸਾਹਿਬ ਨੇ ਇਹ ਕੇਸ ਜਿਹੜਾ ਇਸ ਕਰਕੇ ਪਾਇਆ ਕਿ ਇੱਕ ਤਾਂ ਸਾਡਾ ਨੁਕਸਾਨ ਹੋਇਆ, ਮਤਲਬ ਜਿਹੜਾ ਸਾਰਿਆਂ ਦੇ ਦੁਨੀਆ ਦੇ ਸਾਹਮਣੇ ਦਿਖਦਾ, ਅਕਾਲ ਤਖ਼ਤ ਢਾਇਆ, ਹਰਮੰਦਰ ਨੂੰ ਗੋਲੀਆਂ ਮਾਰੀਆਂ, ਪਰਿਕਰਮਾ ਢਾਹੀ, ਹੋਰ ਬਹੁਤ ਕੁਛ ਕੀਤਾ, ਤੇਜਾ ਸਿੰਘ ਸਮੁੰਦਰੀ ਹਾਲ, ਗੁਰੂ ਰਾਮਦਾਸ ਰਾਂ। ਲੇਕਿਨ ਨਾਲ ਦੀ ਨਾਲ ਇੱਕ ਅਹਿਸਾਸ ਕਰਾਉਣਾ ਵੀ ਹੈ ਕਿ ਬਹੁਤ ਵੱਡੀ ਗਲਤੀ ਸੀ ਭਾਰਤ ਸਰਕਾਰ ਦੀ, ਉਹ ਆਪਣੀ ਗਲਤੀ ਨੂੰ ਤਸਲੀਮ ਕਰੇ, ਪਾਰਲੀਮੈਂਟ ਵਿੱਚ ਮਤਲਬ ਮਤਾ ਪਾਵੇ, ਰਾਜ ਸਭਾ 'ਚ ਮਤਾ ਪਾਵੇ, ਨਿੰਦਾ ਕਰੇ ਇਸ ਹਮਲੇ ਦੀ ਅਤੇ ਮਾਫੀ ਮੰਗੇ ਸਰਕਾਰ ਇਸ ਗੱਲ ਦੀ। ਇਹਦੀ ਭਾਵਨਾ ਅਸਲ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਇਹੀ ਹੈ। ਅੱਜ ਮੈਨੂੰ ਪਤਾ ਲੱਗਿਆ, ਮੈਂ ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪਰੋਚ ਵੀ ਕੀਤੀ ਸੀ, ਕੁਝ ਜੱਜਾਂ ਨੇ ਮੈਸੇਜ ਕਨਵੇ ਕੀਤਾ ਸੀ ਕਿ ਤੁਸੀਂ ਬਾਹਰੋਂ-ਬਾਹਰ ਸਰਕਾਰ ਨਾਲ ਡਾਇਲਾਗ ਕਰ ਲਓ, ਸਰਕਾਰ ਚਾਹੁੰਦੀ ਹੈ। ਅਤੇ ਮੈਂ ਮਤਲਬ ਤੁਹਾਡੇ ਜ਼ਰੀਏ ਕਹਿਣਾ ਚਾਹੁੰਦਾ ਸ਼੍ਰੋਮਣੀ ਕਮੇਟੀ ਨੂੰ ਕਿ ਇਸ ਗੱਲ ਦਾ ਮੈਂ ਚਿੱਠੀ ਵੀ ਲਿਖਾਂਗਾ ਸ਼੍ਰੋਮਣੀ ਕਮੇਟੀ ਨੂੰ ਅੱਜ ਜਾਂ ਕੱਲ੍ਹ ਕਿ ਇਸ ਕਿਸਮ ਦਾ ਫੈਸਲਾ ਕੋਰਟ ਤੋਂ ਬਾਹਰ ਨਹੀਂ ਕਰਨਾ ਚਾਹੀਦਾ, ਕਿਉਂਕਿ ਪੈਸੇ ਲੈਣ ਦਾ ਮਸਲਾ ਨਹੀਂ ਹੈ ਇਹ ਅਹਿਸਾਸ ਕਰਾਉਣ ਦਾ ਮਸਲਾ ਵੀ ਹੈ ਕਿ ਗਲਤ ਫੈਸਲਾ ਸੀ ਅਕਾਲ ਤਖ਼ਤ 'ਤੇ ਹਮਲਾ ਕਰਨਾ, ਦਰਬਾਰ ਸਾਹਿਬ 'ਤੇ ਹਮਲਾ ਕਰਨਾ, ਇਸ ਤਰ੍ਹਾਂ ਸਿੱਖੀ ਦਾ ਨਰਸੰਹਾਰ ਕਰਨਾ। ਇਹਦੀ ਨਿੰਦਾ ਕਰੋ, ਇਹਦੀ ਮਾਫੀ ਮੰਗੋ। ਜੀ ਪੰਜੋਲੀ ਸਾਹਿਬ, 1984 ਦੇ ਘੱਲੂਘਾਰੇ ਦੀ ਗੱਲ ਕਰੀਏ ਤਾਂ ਅਕਾਲੀ ਲੀਡਰਾਂ 'ਤੇ ਵੀ ਬਹੁਤ ਬਲੇਮ ਲੱਗਦੇ ਨੇ ਵੀ ਉਹਨਾਂ ਨੇ ਨਾਲ ਰਲ ਕੇ ਕਰਾਇਆ ਸਭ ਕੁਛ। ਦੇਖੋ, ਮੈਂ ਇਹ ਸਮਝਦਾ ਵੀ ਅਸਲ ਵਿੱਚ ਨਾ ਜੋ ਪ੍ਰਚਾਰ ਭਾਰਤ ਦੀਆਂ ਏਜੰਸੀਆਂ ਨੇ ਕੀਤੇ, ਅਸੀਂ ਕਿਤੇ ਨਾ ਕਿਤੇ ਉਹਦੇ ਵਿੱਚ ਸਾਰੇ ਹੀ ਗੁੰਮਰਾਹ ਹੋ ਜਾਂਦੇ ਹਾਂ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ, ਤੁਸੀਂ ਬੱਚੇ ਹੋ, ਤੁਸੀਂ ਪੜ੍ਹਨ ਦਾ ਯਤਨ ਕਰੋ ਕਿ ਜਦੋਂ ਮਤਲਬ ਦੇਸ਼ ਦੀ ਵੰਡ ਹੋਈ ਸੀ, 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ, 55 ਦਿਨਾਂ ਬਾਅਦ ਇੱਕ ਸਰਕੂਲਰ ਜਾਰੀ ਹੋਇਆ ਕਿ ਸਿੱਖ ਜਿਹੜੇ ਨੇ ਇਹ ਜਰਾਇਮ ਪੇਸ਼ਾ ਕੌਮ ਹੈ, ਇਹਨਾਂ ਨੂੰ ਕਿਤੇ ਟਿਕਣ ਨਹੀਂ ਦਿੱਤਾ ਜਾਣਾ ਚਾਹੀਦਾ, ਇਕੱਠੇ ਨਹੀਂ ਬੈਠਣੇ ਚਾਹੀਦੇ, ਇਹਨਾਂ ਨੂੰ ਸਾਰੇ ਭਾਰਤ ਵਿੱਚ ਖੰਡਾ ਦਿੱਤਾ ਜਾਵੇ। ਇਹੋ ਜਿਹਾ ਫੈਸਲਾ ਹੀ ਮੁਗਲਾਂ ਨੇ ਕੀਤਾ ਸੀ, ਬਾਦਸ਼ਾਹ ਬਹਾਦਰ ਸ਼ਾਹ ਨੇ, ਕਿ ਸਿੱਖ ਜਿਹੜੇ ਨੇ ਅੱਤਵਾਦੀ ਨੇ, ਵੱਖਵਾਦੀ ਨੇ, ਦਹਿਸ਼ਤਗਰਦ ਨੇ, ਲੁਟੇਰੇ ਨੇ, ਧਾੜਵੀ ਨੇ। ਸੇਮ ਫੈਸਲਾ ਸੀ ਇਹ ਮੁਗਲਾਂ ਦਾ, ਸੇਮ ਫੈਸਲਾ ਸੀ ਇਹ ਪੰਡਿਤ ਜਵਾਹਰ ਲਾਲ ਨਹਿਰੂ ਨੇ ਮਤਲਬ ਜਿਹੜਾ ਸਿੱਖਾਂ 'ਤੇ ਕੀਤਾ। ਅਤੇ ਨੰਬਰ 2 'ਤੇ ਜਦੋਂ ਉਹਦੇ ਪ੍ਰੋਟੈਸਟ ਦੇ ਖਿਲਾਫ ਫਿਰ ਮਹਾਤਮਾ ਗਾਂਧੀ ਨੇ ਮਤਲਬ ਦਿੱਲੀ ਸੀਸਗੰਜ ਗੁਰਦੁਆਰੇ ਦੇ ਸਾਹਮਣੇ ਖੜ੍ਹ ਕੇ ਕਿਹਾ ਸੀ, ਬਚਨ ਦਿੱਤਾ ਸੀ ਇਸ ਗੱਲ ਦਾ ਕਿ ਜੇ ਸਿੱਖ ਹਿੰਦੁਸਤਾਨ ਨਾਲ ਆਪਣੀ ਤਕਦੀਰ ਜੋੜਨਗੇ ਤਾਂ ਮਤਲਬ ਅਸੀਂ ਸਿੱਖਾਂ ਨੂੰ ਉੱਤਰੀ ਭਾਰਤ ਵਿੱਚ ਇੱਕ ਅਜਿਹਾ ਖਿੱਤਾ ਦੇਵਾਂਗੇ ਜਿੱਥੇ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣਗੇ। ਦੂਜੀ ਗੱਲ ਕਹੀ ਸੀ ਕਿ ਕੋਈ ਕਾਨੂੰਨ ਐਸਾ ਨਹੀਂ ਬਣੇਗਾ ਜਿਹੜਾ ਸਿੱਖਾਂ ਨੂੰ ਪ੍ਰਵਾਨ ਨਾ ਹੋ। ਇੱਕ ਮਹਾਤਮਾ ਹੈ, ਲੀਡਰ ਹੈ ਉਹ, ਉਹਨੇ ਇੱਕ ਧਾਰਮਿਕ ਸਥਾਨ ਦੇ ਸਾਹਮਣੇ ਖੜ੍ਹ ਕੇ ਸਹੁੰ ਦਿੱਤੀ ਹੈ, ਉਹਦੀ ਗੱਲ 'ਤੇ ਯਕੀਨ ਕਰਕੇ ਅਸੀਂ ਹਿੰਦੁਸਤਾਨ ਨਾਲ ਆਪਣੀ ਕਿਸਮਤ ਜੋੜ ਲਈ। ਲੇਕਿਨ ਇੱਕ ਗੱਲ ਬੜੀ ਸਪਸ਼ਟ ਹੈ, ਮੈਂ ਤੁਹਾਡੇ ਜ਼ਰੀਏ ਦੱਸਣਾ ਚਾਹੁੰਦਾ, ਬੱਚੇ ਅੱਜ ਕੱਲ੍ਹ ਦੇ ਕਹਿ ਦਿੰਦੇ ਨੇ ਕਿ ਜੀ ਤੁਸੀਂ 1947 'ਚ ਖਾਲਿਸਤਾਨ ਕਿਉਂ ਨਾ ਲਿਆ। ਅਸਲ ਗੱਲ ਇਹ ਸੀ ਕਿ ਅਸੀਂ ਪੰਜਾਬ ਦੇ ਟੁਕੜੇ ਨਹੀਂ ਸੀ ਚਾਹੁੰਦੇ। ਸਾਡਾ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਸੀ, ਪੰਜਾ ਸਾਹਿਬ ਸਾਡਾ ਲਾਹੌਰ ਬਹੁਤ ਵੱਡੀ ਵਿਰਾਸਤ ਜਿੱਥੇ ਖਾਲਸੇ ਨੇ ਇੰਨਾ ਸਾਲ ਰਾਜ ਕੀਤਾ, ਉਹ ਸਾਡਾ ਸਾਰਾ ਵਿਰਸਾ ਜਿਹੜਾ ਸੀ ਉਹ ਪੰਜਾਬ ਦੇ ਵਿੱਚ ਸੀ। ਅਸੀਂ ਕਦਾਚਿਤ ਪੰਜਾਬ ਦੇ ਟੁਕੜੇ ਨਹੀਂ ਸੀ ਕਰਨਾ ਚਾਹੁੰਦੇ, ਅਸੀਂ ਇੱਕ ਦੇਸ਼ ਰੱਖਣਾ ਚਾਹੁੰਦੇ ਸੀ ਵੀ ਭਾਰਤ ਇਕੱਠਾ ਰਹੇ, ਮੁਸਲਮਾਨ ਵੀ ਇਹਦੇ 'ਚ ਰਹਿਣ, ਸਿੱਖ ਵੀ ਰਹਿਣ ਅਤੇ ਹਿੰਦੁਸਤਾਨ ਵੀ ਰਹੇ। ਅਤੇ ਜੇ ਇਹ ਇਕੱਠਾ ਰਹਿੰਦਾ ਤਾਂ ਅੱਜ ਨਕਸ਼ਾ ਦੁਨੀਆ ਦੀ ਧਰਤੀ 'ਤੇ ਹੋਰ ਹੁੰਦਾ। ਇਸ ਕਰਕੇ ਮੈਂ ਇਹ ਸਮਝਦਾ ਉਹਦਾ ਜਦੋਂ ਗਿਲਾ ਪ੍ਰਗਟ ਕਰਨ ਲਈ ਮਤਲਬ ਜੋ ਆਪਣਾ ਮਾਸਟਰ ਤਾਰਾ ਸਿੰਘ ਜੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਮਿਲਣ ਗਏ, ਉਹਨਾਂ ਨੂੰ ਦਿੱਲੀ ਆਪਣਾ ਕਰਨਾਲ ਦੇ ਆਪਣਾ ਹਰਿਆਣੇ ਦੇ ਰੇਲਵੇ ਸਟੇਸ਼ਨ ਤੋਂ ਲਾ ਕੇ ਗ੍ਰਿਫਤਾਰ ਕਰ ਲਿਆ। ਆਜ਼ਾਦ ਭਾਰਤ ਦੀ ਧਰਤੀ 'ਤੇ ਪਹਿਲੀ ਹੱਥਕੜੀ ਜੇ ਕਿਸੇ ਨੂੰ ਲੱਗੀ ਤਾਂ ਉਹ ਮਤਲਬ ਮਾਸਟਰ ਤਾਰਾ ਸਿੰਘ ਨੂੰ ਲੱਗੀ। ਜਿਹੜਾ ਦਰਬਾਰ ਸਾਹਿਬ ਦਾ ਹਮਲਾ ਹੈ ਉਹ ਐਵੇਂ ਨਹੀਂ ਕੀਤਾ ਇੰਦਰਾ ਗਾਂਧੀ ਨੇ ਵੀ ਇੱਕੋ ਦਿਨ ਪਲੈਨਿੰਗ ਕਰ ਲਈ। ਉਹਦੇ ਅੰਦਰ ਬੜਾ ਗੁੱਸਾ ਅਤੇ ਰੋਹ ਸੀ। ਇੱਕ ਤਾਂ ਇਹ ਸੀ ਕਿ ਐਮਰਜੈਂਸੀ ਦੇ ਵਿੱਚ ਉਹਨੇ ਕੋਈ ਮਤਲਬ ਮੁਸਲਮਾਨ ਨਹੀਂ ਸੀ ਫੜਿਆ ਅਤੇ ਕੋਈ ਉਹਨੇ ਸਿੱਖ ਨਹੀਂ ਸੀ ਫੜਿਆ, ਉਹਨੇ ਫੜੇ ਜਨ ਸੰਘੀਏ। ਉਹਨੇ ਕਿਹਾ ਵੀ ਮਤਲਬ ਜਦੋਂ ਅਕਾਲੀਆਂ ਨੇ ਕਿਹਾ ਅਸੀਂ ਮੋਰਚਾ ਲਾਵਾਂਗੇ, ਉਹਨੇ ਸੁਨੇਹਾ ਵੀ ਭੇਜਿਆ ਵੀ ਮੈਂ ਤਾਂ ਤੁਹਾਨੂੰ ਫੜਿਆ ਨਹੀਂ, ਤੁਸੀਂ ਕਾਹਦੇ ਲਈ ਮੋਰਚਾ ਲਾਉਂਦੇ ਹੋ, ਮੈਂ ਨਾ ਘੱਟ ਗਿਣਤੀ ਨੂੰ ਕਿਸੇ ਨੂੰ ਕੁਛ ਕਹਿ ਨਹੀਂ ਹੈ। ਲੇਕਿਨ ਅਕਾਲੀ ਦਲ ਨੇ ਕਿਹਾ ਸੀ ਕਿ
ਡੈਮੋਕ੍ਰੈਟਿਕ ਦੇਸ਼ ਹੈ ਜੀ। ਇੱਥੇ ਡੈਮੋਕ੍ਰੇਸੀ ਦਾ ਕਤਲ ਕਰਨ ਦੀ ਆਗਿਆ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ। ਇਸ ਕਰਕੇ ਅਸੀਂ ਵਿਰੋਧ ਕਰਦੇ ਹਾਂ ਜੀ। 19 ਮਹੀਨੇ ਮੋਰਚਾ ਲਾਇਆ ਜੀ। ਮੋਰਚੇ ਤੋਂ ਬਾਅਦ ਇੰਦਰਾ ਗਾਂਧੀ ਦੀ ਬਦਨਾਮੀ ਹੋਈ ਜੀ। ਬਦਨਾਮੀ ਤੋਂ ਬਾਅਦ ਸਾਰੇ ਹਿੰਦੁਸਤਾਨ 'ਚ ਅਕਾਲੀ ਦਲ ਦੀ ਲੀਡਰਸ਼ਿਪ ਗਈ। ਨਤੀਜਾ ਇਹ ਨਿਕਲਿਆ ਕਿ ਮਤਲਬ ਪਹਿਲੀ ਵਾਰ ਹੋਇਆ ਕਿ ਹਿੰਦੁਸਤਾਨ ਦੇ ਵਿੱਚ ਗੈਰ ਕਾਂਗਰਸੀ ਸਰਕਾਰ ਬਣੀ ਜੀ। ਇੰਦਰਾ ਗਾਂਧੀ ਅੰਦਰ ਗਈ ਜੀ। ਅਕਾਲੀ ਦਲ ਨੇ ਦੂਸਰਾ ਇੱਕ ਮਤਾ ਲਿਆਂਦਾ ਹਿੰਦੁਸਤਾਨ ਦੇ ਅੰਦਰ ਫੈਡਰਲ ਢਾਂਚਾ ਸਥਾਪਿਤ ਕਰ ਲਈ ਅਨੰਦਪੁਰ ਸਾਹਿਬ ਦਾ ਰੈਜੂਲੇਸ਼ਨ ਜੀ। ਇੰਦਰਾ ਗਾਂਧੀ ਨੇ ਬੜਾ ਪ੍ਰਚਾਰ ਕਰਿਆ ਵੀ ਇਹ ਤਾਂ ਜੀ ਦੇਸ਼ ਤੋੜਨ ਵਾਲਾ ਮਤਾ ਹੈ ਜੀ। ਅਕਾਲੀ ਵੱਖਵਾਦੀ ਨੇ ਜੀ। ਜੀ। ਜਦੋਂ ਸੰਤ ਜਰਨੈਲ ਸਿੰਘ ਉਹਨਾਂ ਨੇ ਮੋਰਚਾ ਲਾਇਆ ਉਦੋਂ ਕਿਹਾ ਵੀ ਇਹ ਪਾਕਿਸਤਾਨ ਦੀ ਸ਼ਾਹ ਆ ਜੀ ਜੀ। ਇਹ ਪਾਕਿਸਤਾਨ ਦੇ ਏਜੰਟ ਨੇ ਅਕਾਲੀ ਪਾਕਿਸਤਾਨ ਦੇ ਏਜੰਟ ਨੇ। ਅਕਾਲੀ ਵੀ ਉਹਨਾਂ ਨੂੰ ਕਾਂਗਰਸ ਦੇ ਏਜੰਟ ਕਹਿੰਦੇ ਰਹੇ। ਦੇਖੋ ਮਤਲਬ ਕੁਛ ਲੋਕ ਕਹਿੰਦੇ ਸੀ ਪਰ ਸਾਰੀ ਅਕਾਲੀ ਦਲ ਦੀ ਲੀਡਰਸ਼ਿਪ ਕਦੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਜੀ ਟੌੜਾ ਸਾਹਿਬ ਨੂੰ ਕਾਂਗਰਸ ਦਾ ਏਜੰਟ ਨਹੀਂ ਕਿਹਾ ਨਾ ਟੌੜਾ ਸਾਹਿਬ ਨੇ ਕਿਹਾ ਸੰਤ ਲੌਂਗੋਵਾਲ ਨੂੰ ਨਾ ਆਪਣਾ ਸੰਤ ਜਰਨੈਲ ਸਿੰਘ ਨੂੰ ਨਾ ਸੰਤ ਲੌਂਗੋਵਾਲ ਨੇ ਕਿਹਾ ਨਾ ਪ੍ਰਕਾਸ਼ ਸਿੰਘ ਬਾਦਲ ਦੀ ਕੋਈ ਸਟੇਟਮੈਂਟ ਹੈ ਨਾ ਸੁਰਜੀਤ ਸਿੰਘ ਬਰਨਾਲੇ ਦੀ ਹੈ ਜੀ। ਇੱਕ ਸੁੱਚਾ ਸਿੰਘ ਛੋਟੇ ਪਰ ਸੀ ਜੀ ਜਿਹਨੇ ਕਿਹਾ ਇੱਕ ਤਾਲਬ ਸਿੰਘ ਸੰਧੂ ਸੀ ਇੱਕ ਅੰਮ੍ਰਿਤਸਰ ਦਾ ਇੱਕ ਹੋਰ ਬੰਦਾ ਸੀ। ਇਹ 2-3 ਬੰਦੇ ਸੀ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਦੇ ਖਿਲਾਫ ਬੋਲੇ ਨੇ ਜੀ। ਮੁੱਖ ਲੀਡਰਸ਼ਿਪ ਕਦੇ ਨਹੀਂ ਬੋਲੀ। ਮੁੱਖ ਲੀਡਰਸ਼ਿਪ ਜਿਹੜੀ ਆ ਉਹਨਾਂ ਨੇ ਕਦੇ ਨਹੀਂ ਕਿਹਾ। ਟੌੜਾ ਸਾਹਿਬ ਹਮੇਸ਼ਾ ਸੰਤ ਜਰਨੈਲ ਸਿੰਘ ਦੇ ਨਾਲ ਰਹੇ ਨੇ ਜੀ। ਦੇਖੋ ਦੂਜੀ ਗੱਲ ਇੱਕ ਹੋਰ ਸੀ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਲਈ ਸਰਕਾਰ ਨੇ ਇੱਕ ਮਤਲਬ ਪ੍ਰਚਾਰ ਆਰੰਭਿਆ ਇੱਥੇ ਬੱਸਾਂ ਵਿੱਚੋਂ ਲਾ ਕੇ ਹਿੰਦੂ ਮਾਰੇ ਜੀ। ਸੰਤ ਜਰਨੈਲ ਸਿੰਘ ਨੇ ਸਟੇਟਮੈਂਟ ਦਿੱਤੀ ਸੰਤ ਲੌਂਗੋਵਾਲ ਨੇ ਦਿੱਤੀ ਟੌੜਾ ਸਾਹਿਬ ਨੇ ਦਿੱਤੀ ਕਿ ਹਿੰਦੂਆਂ ਨੂੰ ਮਾਰਨ ਦੇ ਪਿੱਛੇ ਸਰਕਾਰ ਦੀਆਂ ਏਜੰਸੀਆਂ ਦਾ ਕੰਮ ਹੈ ਜੀ। ਅਸੀਂ ਕਿਸੇ ਨੂੰ ਨਹੀਂ ਮਾਰਦੇ ਇਸ ਕਰਕੇ ਇਹਦੀ ਇਨਕੁਆਇਰੀ ਕਰਾਈ ਜਾਵੇ ਸੁਪਰੀਮ ਕੋਰਟ ਦੇ ਕਿਸੇ ਜੱਜ ਤੋਂ ਜੀ ਤੇ ਅਸੀਂ ਸਾਬਤ ਕਰਾਂਗੇ ਕਿ ਏਜੰਸੀਆਂ ਮਾਰਦੀਆਂ ਨੇ ਜੀ। ਲੇਕਿਨ ਕਿਸੇ ਨੇ ਇਨਕੁਆਇਰੀ ਨਾ ਕਰਾਈ ਜੀ। ਫਿਰ ਉਹ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਦਰਬਾਰ ਸਾਹਿਬ 'ਚ ਅੱਤਵਾਦੀ ਲੁਕੇ ਹੋਏ ਨੇ। ਟੌੜਾ ਸਾਹਿਬ ਨੇ ਕਿਹਾ ਵੀ ਲਿਸਟ ਦੇ ਦਿਓ ਕੌਣ ਕੌਣ ਨੇ ਜਿਹੜਾ ਤੁਹਾਨੂੰ ਚਾਹੀਦਾ। ਉਹਨਾਂ ਨੇ 28 ਬੰਦਿਆਂ ਦੀ ਲਿਸਟ ਦਿੱਤੀ ਉਹਨਾਂ ਵਿੱਚੋਂ ਕੋਈ ਦਰਬਾਰ ਸਾਹਿਬ ਦੇ ਅੰਦਰ ਨਹੀਂ ਸੀ। ਸੰਤ ਜਰਨੈਲ ਸਿੰਘ ਦੇ ਖਿਲਾਫ ਕਿਸੇ ਪੁਲਿਸ ਸਟੇਸ਼ਨ ਵਿੱਚ ਕੋਈ ਮੁਕੱਦਮਾ ਦਰਜ ਨਹੀਂ ਜੀ ਕਿਸੇ ਅਦਾਲਤ 'ਚ ਨਹੀਂ ਚੱਲਦਾ। ਤੇ ਮੈਂ ਸਮਝਦਾ ਇਹ ਹਮਲਾ ਇੰਦਰਾ ਗਾਂਧੀ ਨੇ ਐਮਰਜੈਂਸੀ ਤੋਂ ਚਿੜ ਕੇ ਆਨੰਦਪੁਰ ਦੇ ਮਤੇ ਨੂੰ ਚਿੜ ਕੇ ਤੇ ਉਹਦੀ ਜਿਹੜੀ ਗ੍ਰਿਫਤਾਰੀ ਹੋਈ ਉਹਦੇ ਤੋਂ ਚਿੜ ਕੇ ਸਿੱਖਾਂ ਨੂੰ ਸਭ ਕੁਝ ਸਿਖਾਉਣ ਲਈ ਹਮਲਾ ਕੀਤਾ। ਲੜਾਈ ਪਹਿਲਾਂ ਕਾਂਗਰਸ ਵਰਸਸ ਅਕਾਲੀ ਦਲ ਦੀ ਸੀ ਲੇਕਿਨ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਤੋਂ ਬਾਅਦ ਇਹ ਲੜਾਈ ਸਿੱਖ ਵਰਸਸ ਭਾਰਤ ਸਰਕਾਰ ਬਣ ਗਈ ਜਿਹੜੀ ਲਗਾਤਾਰ ਅੱਜ ਚੱਲ ਰਹੀ ਹੈ। ਮੈਂ ਤੁਹਾਨੂੰ ਇੱਕ ਯਕੀਨ ਨਾਲ ਕਹਿਣਾ ਚਾਹੁੰਦਾ ਕੋਈ ਮਾੜੇ ਤੋਂ ਮਾੜਾ ਸਿੱਖ ਵੀ ਕਿਸੇ ਨੂੰ ਸੱਦਾ ਨਹੀਂ ਦੇ ਸਕਦਾ ਕਿ ਜੀ ਤੁਸੀਂ ਦਰਬਾਰ ਸਾਹਿਬ 'ਤੇ ਹਮਲਾ ਕਰੋ। ਹੁਣ ਕਈ ਸੱਜਣ ਕਹਿ ਦਿੰਦੇ ਨੇ ਜੀ ਟੌੜਾ ਸਾਹਿਬ ਦਾ ਰੋਲ ਹੈ। ਟੌੜਾ ਸਾਹਿਬ ਮਤਲਬ 31 ਤਰੀਕ ਵਾਲੇ ਦਿਨ ਦਰਬਾਰ ਸਾਹਿਬ ਗਏ ਨੇ 30 ਤਰੀਕ ਨੂੰ ਉਹ ਰਾਤ ਨੂੰ ਮਤਲਬ ਇੱਥੇ ਸੀਗੇ ਆਨੰਦਪੁਰ ਸਾਹਿਬ 31 ਤਰੀਕ ਨੂੰ ਦਰਬਾਰ ਸਾਹਿਬ 'ਚ ਨੇ। ਜੇ ਹੁਣ ਮੈਨੂੰ ਪਤਾ ਹੋਵੇ ਕਿ ਇਸ ਘਰ ਵਿੱਚ ਬੰਬਾਰਮੈਂਟ ਹੋਣੀ ਆ ਟੈਂਕਾਂ ਤੋਪਾਂ ਨਾਲ ਹਮਲਾ ਹੋਣਾ ਤੇ ਫਿਰ ਤੁਸੀਂ ਮੈਨੂੰ ਦੱਸੋ ਜੀ ਮੈਂ ਇਸ ਘਰ 'ਚ ਕਿਉਂ ਰਹੂੰਗਾ ਮੈਂ ਛੱਡ ਕੇ ਨਹੀਂ ਆਊਂ। ਉਹ ਬਕਾਇਦਾ ਆਨੰਦਪੁਰ ਸਾਹਿਬ ਤੋਂ ਉੱਥੇ ਗਏ ਨੇ ਉੱਥੇ ਰਹੇ ਨੇ ਬਕਾਇਦਾ ਉਹਨਾਂ ਦੀ 2 ਔਰ 3 ਤਰੀਕ ਨੂੰ ਮਤਲਬ ਉਹਨਾਂ ਦੀ ਸੰਤ ਜਰਨੈਲ ਸਿੰਘ ਜੀ ਨਾਲ ਰਾਤ ਨੂੰ ਗੱਲਬਾਤ ਵੀ ਹੋਈ ਹੈ। ਉਹਨਾਂ ਨੇ ਸੰਤਾਂ ਨੂੰ ਬੇਨਤੀ ਵੀ ਕੀਤੀ ਸੀ ਕਿ ਆਪਾਂ ਸਾਰੇ ਇਕੱਠੇ ਹੋ ਕੇ ਗ੍ਰਿਫਤਾਰੀ ਦੇ ਦਈਏ। ਸੰਤ ਜਰਨੈਲ ਸਿੰਘ ਨੇ ਕਿਹਾ ਵੀ ਕੌਣ ਕੌਣ ਉਹਨਾਂ ਨੇ ਕਿਹਾ ਸੰਤ ਲੌਂਗੋਵਾਲ ਸਾਹਿਬ ਤੁਸੀਂ ਮੈਂ ਤੇ ਸਾਰੀ ਸੰਗਤ। ਸੰਤਾਂ ਨੇ ਕਿਹਾ ਵੀ ਮੇਰੇ ਕੋਲ ਤਾਂ ਹਥਿਆਰ ਨੇ। ਟੌੜਾ ਸਾਹਿਬ ਨੇ ਕਿਹਾ ਵੀ ਜਿਹੜੇ ਜਾਇਜ਼ ਹਥਿਆਰ ਨੇ ਲਾਇਸੈਂਸੀ ਉਹ ਨਾਲ ਲੈ ਲਓ ਜਿਹੜੇ ਦੂਜੇ ਹਥਿਆਰ ਨੇ ਉਹ ਇੱਥੇ ਰੱਖ ਦਿਓ। ਸੰਤਾਂ ਨੇ ਦੂਜੀ ਗੱਲ ਕਹਿ ਦਿੱਤੀ ਵੀ ਮੇਰੇ ਨਾਲ ਤਾਂ ਬਹੁਤ ਭਗੌੜੇ ਸਿੰਘ ਵੀ ਨੇ। ਟੌੜਾ ਸਾਹਿਬ ਨੇ ਕਿਹਾ ਵੀ ਉਹਨਾਂ ਨੂੰ ਕਹੋ ਨਿਕਲ ਜਾਣ ਹਲੇ ਵਕਤ ਹੈਗਾ ਤੇ ਉਹਨਾਂ ਦੀ ਗੱਲਬਾਤ ਆਪਾਂ ਬਾਅਦ 'ਚ ਕਰ ਲਾਂਗੇ। ਫਿਰ ਸੰਤ ਕਹਿਣ ਲੱਗੇ ਵੀ ਮੈਂ ਫੈਸਲਾ ਕਰ ਲਿਆ ਮੈਂ ਤਾਂ ਇੱਥੇ ਸ਼ਹੀਦ ਹੋਣਾ। ਟੌੜਾ ਸਾਹਿਬ ਨੇ ਕਿਹਾ ਵੀ ਸਾਨੂੰ ਕੀ ਹੁਕਮ ਹੈ। ਉਹ ਕਹਿੰਦੇ ਵੀ ਤੁਸੀਂ ਜੋ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਜੀ ਕਹਿਣਗੇ ਤੁਸੀਂ ਉੱਦਾਂ ਕਰੋ। ਟੌੜਾ ਸਾਹਿਬ ਕਹਿੰਦੇ ਵੀ ਮੈਨੂੰ ਨਿੱਜੀ ਤੌਰ 'ਤੇ ਦੱਸੋ ਤੁਹਾਡਾ ਕੋਈ ਹੁਕਮ। ਉਹ ਕਹਿੰਦੇ ਮੇਰੀ ਰਾਏ ਆ ਵੀ ਜੇ ਤੂੰ ਪਾਕਿਸਤਾਨ ਚਲਾ ਜਾਵੇਂ ਜੇ ਸਰਕਾਰ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਤਾਂ ਤੂੰ ਪਾਕਿਸਤਾਨ ਤੋਂ ਜਾ ਕੇ ਖਾਲਿਸਤਾਨ ਦਾ ਐਲਾਨ ਕਰ ਦੀ। ਟੌੜਾ ਸਾਹਿਬ ਨੇ ਕਿਹਾ ਵੀ ਦੇਖੋ ਪਹਿਲੀ ਗੱਲ ਤਾਂ ਮੈਂ ਮੈਂਬਰ ਪਾਰਲੀਮੈਂਟ ਹਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਾਂ ਮੈਂ 6.5 ਫੁੱਟ ਕੱਦ ਆ ਮੇਰਾ ਮੈਂ ਪਾਕਿਸਤਾਨ ਕਿਵੇਂ ਜਾਊਂ ਮੈਨੂੰ ਕੌਣ ਲੰਘਣ ਦੇਗਾ। ਦੂਸਰੀ ਗੱਲ ਜੇ ਮੈਂ ਚਲਿਆ ਵੀ ਗਿਆ ਪਹਿਲਾਂ 2 ਸਿੱਖ
ਬਾਹਰ ਫਿਰਦੇ ਨੇ ਖਾਲਿਸਤਾਨ ਦਾ ਝੰਡਾ ਚੁੱਕੀ, ਗੰਗਾ ਸਿੰਘ ਢਿੱਲੋਂ ਤੇ ਡਾਕਟਰ ਜਗਜੀਤ ਸਿੰਘ ਚੌਹਾਨ, ਉਹਨਾਂ ਦੀ ਗੱਲ ਕੋਈ ਸਿੱਖ ਨਹੀਂ ਸੁਣਦਾ। ਅੱਜ ਸਿੱਖ ਜੇ ਕਿਸੇ ਦੀ ਗੱਲ ਸੁਣਦੇ ਨੇ ਤਾਂ ਉਹ ਕੇਵਲ ਤੇ ਕੇਵਲ ਸੰਤ ਜਰਨੈਲ ਸਿੰਘ ਦੀ ਗੱਲ ਸੁਣਦੇ ਨੇ, ਉਹਨਾਂ ਦੀ ਅਪੀਲ ਤੇ ਸਿੱਖ ਫੁੱਲ ਚੜਾਉਣਗੇ। ਟੌੜਾ ਸਾਹਿਬ ਨੇ ਕਿਹਾ ਵੀ ਫਿਰ ਮੈਂ ਜਾਊਂਗਾ ਕਿਵੇਂ, ਉਹ ਕਹਿੰਦੇ ਭੇਜਣਾ ਮੇਰਾ ਕੰਮ। ਟੌੜਾ ਸਾਹਿਬ ਨੇ ਸੰਤਾਂ ਨੂੰ ਕਿਹਾ ਵੀ ਫਿਰ ਤੁਸੀਂ ਐਂ ਕਰੋ, ਫਿਰ ਤੁਸੀਂ ਪਾਕਿਸਤਾਨ ਚਲੇ ਜਾਓ। ਜੇ ਦਰਬਾਰ ਸਾਹਿਬ ਤੇ ਸਰਕਾਰ ਨੇ ਫਿਰ ਵੀ ਹਮਲਾ ਕੀਤਾ, ਤੁਸੀਂ ਖਾਲਿਸਤਾਨ ਦਾ ਐਲਾਨ ਕਰ ਦਿਓ ਪਾਕਿਸਤਾਨ ਤੋਂ, ਮੈਂ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਤੋਂ ਇੱਥੇ ਉਹਦੀ ਤਾਈਦ ਕਰਾਵਾਂ। ਸੰਤ ਜੀ ਕਹਿਣ ਲੱਗੇ ਨਹੀਂ ਮੈਂ ਤਾਂ ਫੈਸਲਾ ਕਰ ਲਿਆ। ਟੌੜਾ ਸਾਹਿਬ ਕਹਿੰਦੇ ਮੈਂ ਉੱਠ ਕੇ ਖੜਾ ਹੋ ਕੇ ਕਿਹਾ ਵੀ ਫਿਰ ਮੈਂ 5 ਸਿੰਘ ਸਾਹਿਬਾਨ ਲਿਆਉਣਾ, ਉਹਨਾਂ ਤੋਂ ਤੁਹਾਨੂੰ ਹੁਕਮ ਜਾਰੀ ਕਰਾਉਣਾ। ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ 5 ਸਿੰਘਾਂ ਦਾ ਹੁਕਮ ਮੰਨ ਕੇ ਚਮਕੌਰ ਦੀ ਗੜੀ 'ਚੋਂ ਨਿਕਲ ਸਕਦੇ ਨੇ, ਤੁਸੀਂ ਕਿਹੜਾ ਗੁਰੂ ਗੋਬਿੰਦ ਸਿੰਘ ਤੋਂ ਵੱਡੇ ਹੋ। ਕਹਿੰਦੇ ਮੈਂ ਇੰਨੀ ਗੱਲ ਕਹਿ ਕੇ ਖੜਾ ਹੋ ਗਿਆ, ਸੰਤ ਜੀ ਨਾਲ ਖੜੇ ਹੋ ਗਏ, ਉਹਨਾਂ ਨੇ ਮੈਨੂੰ ਜੱਫੀ ਪਾ ਕੇ ਕਿਹਾ ਵੀ ਚੱਲ ਫੈਸਲਾ ਨਾ ਤੂੰ ਮਤਲਬ ਜਾ ਨਾ ਮੈਂ ਜਾਣਾ। ਤੇ ਕਹਿੰਦੇ ਮੈਂ ਕਿਹਾ ਵੀ ਫਿਰ ਮੈਨੂੰ ਕੀ ਹੁਕਮ ਹੈ, ਕਹਿੰਦੇ ਵੀ ਤੁਸੀਂ ਜੋ ਸੰਤ ਜੀ ਕਹਿੰਦੇ ਨੇ ਤਾਂ ਕਰੋ। ਇਹ ਕਦਾਚਿਤ ਵੀ ਕੋਈ ਅਕਾਲੀ ਦਲ ਦੀ ਲੀਡਰਸ਼ਿਪ ਨੇ ਇਹੋ ਜਿਹਾ ਨਾ ਫੈਸਲਾ ਕੀਤਾ, ਨਾ ਸੱਦਾ ਦਿੱਤਾ। ਇਹ ਡਾਇਲੋਗ ਜਾਂ ਸੰਤਾਂ ਤੇ ਉਹਨਾਂ ਦੇ ਵਿਚਾਲੇ ਹੋਇਆ, ਤੁਸੀਂ ਉੱਥੇ ਮੌਜੂਦ ਸੀ? ਮੈਂ ਮੌਜੂਦ ਨਹੀਂ ਸੀ। ਇਹ ਗੱਲ ਮੈਨੂੰ ਟੌੜਾ ਸਾਹਿਬ ਨੇ ਆਪਣੇ ਜ਼ਬਾਨੀ ਦੱਸੀ। ਮੈਂ ਉਹਨਾਂ ਤੇ ਸਵਾਲ ਕੀਤਾ ਸੀ ਇਹ ਵੀ ਸੰਤ, ਕਿਉਂਕਿ ਮੈਂ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਨਾਭੇ ਜੇਲ੍ਹ 'ਚ ਸੀ, ਟੌੜਾ ਸਾਹਿਬ ਜੋਧਪੁਰ ਜੇਲ੍ਹ ਸੀ। ਤੇ ਉਸ ਤੋਂ ਬਾਅਦ ਜਦੋਂ ਰਿਹਾ ਹੋ ਕੇ ਆਏ, ਇੱਕ ਦਿਨ ਅਸੀਂ ਚੰਡੀਗੜ੍ਹ ਤੋਂ ਲੌਂਗੋਵਾਲ ਨੂੰ ਜਾ ਰਹੇ ਸੀ, ਸਫ਼ਰ ਕਰ ਰਹੇ ਸੀ ਕਾਰ 'ਚ, ਉਦੋਂ ਮੇਰੀ ਉਹਨਾਂ ਨਾਲ ਇਸ ਮਸਲੇ 'ਚ ਗੱਲ ਹੋਈ। ਦੂਸਰੀ ਗੱਲ ਮੈਂ ਇੱਕ ਹੋਰ ਕਹਿਣੀ ਚਾਹੁੰਦਾ ਤੁਹਾਡੇ ਜ਼ਰੀਏ, ਦੇਖੋ ਸਰਕਾਰ ਨੇ ਸਰੀਰਕ ਤੌਰ 'ਤੇ ਸੰਤ ਜਰਨੈਲ ਸਿੰਘ ਨੂੰ ਸ਼ਹੀਦ ਕਰਤੇ, ਕੌਮ ਲੀਡਰਲੈਸ ਕਰਤੀ। ਨਵੀਂ ਪੀੜ੍ਹੀ ਜਿਹੜੀ ਸੀ, ਨੌਜਵਾਨ ਪੀੜ੍ਹੀ, ਉਹਨਾਂ 'ਤੇ ਯਕੀਨ ਕਰਦੀ ਸੀ, ਭਰੋਸਾ ਕਰਦੀ ਸੀ। ਸਰਕਾਰ ਨੇ ਉਹ ਇਸ ਕਰਕੇ ਸ਼ਹੀਦ ਕੀਤੇ ਕਿ ਨੌਜਵਾਨ ਜਿਹੜਾ ਉਹ ਸੰਤ ਜਰਨੈਲ ਸਿੰਘ ਦੀ ਗੱਲ ਸੁਣਦਾ। ਉਸੇ ਨੌਜਵਾਨ ਨੂੰ ਮੁੜ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ। ਉਸੇ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾਉਣ ਲਈ ਪੰਜਾਬ ਦੇ ਵਿੱਚ ਅਖੌਤੀ ਸੱਭਿਆਚਾਰ ਨਾਂ ਦੇ ਨਾਂ ਥੱਲੇ ਸੱਭਿਆਚਾਰ ਮੇਲੇ ਕੀਤੇ ਗਏ। ਬੇਅੰਤ ਸਿੰਘ ਤੇ KPS ਗਿੱਲ ਉੱਥੇ ਜਾਂਦੇ ਰਹੇ, ਅਸੱਭਿਆਕ ਗਾਣੇ ਗਾਏ ਗਏ। ਤੇ ਅੰਮ੍ਰਿਤਸਰ ਇੱਕ ਗਾਣਾ ਗਾਇਆ ਸੀ, ਤੇਰੀ ਚੋਲੀ ਕੇ ਨੀਚੇ ਕਿਆ ਹੈ, ਇਸ ਤਰ੍ਹਾਂ ਦਾ ਗਾਣਾ ਸੀ ਉਹ ਕੋਈ। ਇਹ ਸਾਰੇ ਦਾ ਸਾਰਾ ਸਿੱਖ ਨੌਜਵਾਨੀ ਨੂੰ ਕੁਰਾਹੇ ਪਾਉਣ ਦਾ ਯਤਨ ਸੀ। ਨੰਬਰ 2 ਤੇ ਦੂਜੀ ਗੱਲ, ਫਿਰ ਹੁਣ ਨਸ਼ਿਆਂ ਦਾ ਦੌਰ ਚਲਾਇਆ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾਉਣ ਲਈ, ਇੱਕ ਲੀਡਰ ਲੈਸ ਕਰਨ ਲਈ ਇਸ ਕੌਮ ਨੂੰ ਇਹ ਸਾਰਾ ਕੁਛ ਕੀਤਾ ਗਿਆ। ਫਿਜ਼ੀਕਲੀ ਸੰਤ ਜਰਨੈਲ ਸਿੰਘ ਸ਼ਹੀਦ ਕਰਤੇ, ਅਕਾਲੀ ਦਲ ਦੇ ਖਿਲਾਫ ਮੋਰਲੀ ਇੱਕ ਪ੍ਰਚਾਰ ਕਰਤਾ ਵੀ ਇਹਨਾਂ ਨੇ ਦਰਬਾਰ ਸਾਹਿਬ ਹਮਲਾ ਕਰਾਇਆ ਜੀ, ਸਿੱਖਾਂ ਦੇ ਵਿੱਚ ਉਹਨਾਂ ਦਾ ਸਤਿਕਾਰ ਖਤਮ ਹੋ ਗਿਆ। ਇੱਥੋਂ ਤੱਕ ਇਸ ਗੱਲ ਦੀ ਤਾਕੀਦ ਤਾਂ ਜੇ ਆਪਾਂ ਕਰੀਏ ਤਾਂ ਮੰਨ ਲਓ KS ਬਰਾੜ ਹੋਰਾਂ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ, ਇੱਕ ਪਾਸੇ ਤਾਂ ਸੰਤ ਜਰਨੈਲ ਸਿੰਘ ਨਾਲ ਅਕਾਲੀ ਲੀਡਰ ਜੋ ਡਾਇਲਾਗ ਕਰਦੇ ਸੀ, ਦੂਜੇ ਪਾਸੇ ਉਹਨਾਂ ਦੀ ਤਾਰਾਂ ਜਿਹੜੀਆਂ ਖੜਕਦੀਆਂ ਸੀ ਉਹ ਦਿੱਲੀ ਨਾਲ ਵੀ ਖੜਕਦੀਆਂ ਸੀ। ਦੇਖੋ ਮੈਂ ਇਹ ਸਮਝਦਾ, ਜਦੋਂ ਸਾਡਾ ਦੁਸ਼ਮਣ ਜਿਹੜਾ ਹੈ ਉਹ ਦਰਬਾਰ ਸਾਹਿਬ ਤੇ ਹਮਲਾ ਕਰਦਾ ਹੈ, ਉਹ ਜਸਟੀਫਾਈ ਕਰਨ ਦੇ ਲਈ ਫਿਰ ਇਹੋ ਜਿਹੀਆਂ ਗੱਲਾਂ ਤਾਂ ਕਰੇਗਾ, ਇਹੋ ਜਿਹਾ ਝੂਠਾ ਪ੍ਰਚਾਰ ਨਹੀਂ ਕਰੇਗਾ, ਫਿਰ ਤਾਂ ਤੁਸੀਂ ਦੁਸ਼ਮਣ ਨੂੰ ਪਹਿਚਾਣਦੇ ਰਹੋਗੇ। ਅੱਜ ਅਸੀਂ ਦੁਸ਼ਮਣ ਤਾਂ ਭੁੱਲ ਗਏ ਵੀ ਸਾਡਾ ਦੁਸ਼ਮਣ ਕੌਣ ਹੈ, ਅਸੀਂ ਆਪਸ ਵਿੱਚ ਖੰਨਾ ਜੰਗੀ ਤੇ ਲੱਗੇ ਹੋਏ ਹਾਂ। ਕਿੰਨੇ ਲੋਕ ਜਿਹੜੇ ਸੀ ਖਾੜਕੂ ਲਹਿਰ ਦੇ ਵਿੱਚ ਮਤਲਬ ਅਕਾਲੀ ਮਾਰੇ ਗਏ, ਮੈਂਬਰ ਸ਼੍ਰੋਮਣੀ ਕਮੇਟੀ ਮਾਰੇ ਗਏ, ਤਖਤਾਂ ਦੇ ਦਤੇਦਾਰ ਮਾਰੇ ਗਏ ਜੀ। ਕੀ ਕੱਢਿਆ ਸੀ ਇਸ ਗੱਲ ਦੇ ਵਿੱਚੋਂ? ਇਹ ਸਾਰਾ ਪ੍ਰਚਾਰ ਭਾਰਤ ਦੀਆਂ ਏਜੰਸੀਆਂ ਨੇ ਕੀਤਾ ਵੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਜੀ ਦਰਬਾਰ ਸਾਹਿਬ ਤੇ ਹਮਲਾ ਕਰਾਇਆ, ਅਕਾਲੀ ਦਲ ਦੀ ਲੀਡਰਸ਼ਿਪ ਨੇ ਸੰਤ ਜਰਨੈਲ ਸਿੰਘ ਨੂੰ ਸ਼ਹੀਦ ਕਰਾਏ ਨੇ। ਮੇਰਾ ਦਾਅਵਾ ਇਹ ਹੈ ਕਿ ਸੰਤ ਜਰਨੈਲ ਸਿੰਘ ਨੂੰ ਫਿਜ਼ੀਕਲੀ ਮਾਰ ਕੇ ਸ਼ਹੀਦ ਕਰਕੇ ਨੌਜਵਾਨ ਪੀੜ੍ਹੀ ਨੂੰ ਦੀ ਲੀਡਰਸ਼ਿਪ ਖਤਮ ਕਰਨ ਦਾ ਸਰਕਾਰ ਦਾ ਮਨਸੂਬਾ ਸੀ, ਉਹਦੇ 'ਚ ਉਹ ਸਫਲ ਰਹੀ। ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਪ੍ਰਚਾਰ ਕੀਤਾ, ਉਹਦੇ ਖਿਲਾਫ ਖਾੜਕੂਆਂ ਨੇ ਬੰਦੂਕਾਂ ਚੱਕੀਆਂ, ਟੌੜਾ ਸਾਹਿਬ ਤੇ ਹਮਲਾ ਕੀਤਾ, ਸੰਤ ਲੌਂਗੋਵਾਲ ਸ਼ਹੀਦ ਕੀਤੇ, ਤਲਵੰਡੀ ਸਾਹਿਬ ਮਤਲਬ ਉਹਨਾਂ ਤੇ ਵੀ ਗੋਲਾਬਾਰੀ ਹੋਈ, ਉਹ ਵੀ ਉਹਨਾਂ ਤੇ ਵੀ ਅਟੈਕ ਕੀਤਾ ਗਿਆ। ਤੇ ਮੈਂ ਸਮਝਦਾ ਵੀ ਇਹ ਫਿਰ ਉਹੀ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਅੱਤਵਾਦੀ, ਵੱਖਵਾਦੀ, ਦਹਿਸ਼ਤਗਰਦ ਗਰਦਾਨ ਕੇ ਸ਼ਹੀਦ ਕਰ ਦਿੱਤਾ ਗਿਆ। ਅੱਜ ਨਵੀਂ ਪੀੜ੍ਹੀ ਦੀ ਲੀਡਰਸ਼ਿਪ ਵੀ ਖਤਮ ਕਰ ਦਿੱਤੀ ਗਈ ਤੇ ਅਕਾਲੀ ਦਲ ਦੀ ਲੀਡਰਸ਼ਿਪ ਦਾ ਸਤਿਕਾਰ ਸਨਮਾਨ ਨਹੀਂ ਰਿਹਾ ਬਿਲਕੁਲ। ਆਪਾਂ ਪਿੱਛੇ ਜੇ ਗੱਲ ਕਰੀਏ ਤਾਂ ਸੌਦੇ ਸਾਧ ਨੂੰ ਜੋ ਮਾਫੀ ਮਿਲ ਜਾਂਦੀ ਆ ਬੈਠੇ ਬੈਠੇ ਨੂੰ, ਉਸ ਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਉਦੋਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀਗੇ ਮੈਂ ਤੇ ਭੌਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੀ। ਅਸੀਂ ਉਦੋਂ ਬਹੁਤ ਰੌਲਾ ਪਾਇਆ ਵੀ ਤੁਸੀਂ ਇਹ ਪਾਪ ਨਾ ਕਰੋ।
ਲੇਕਿਨ ਸਾਡੀ ਉਦੋਂ ਕਿਸੇ ਨੇ ਗੱਲ ਨਹੀਂ ਸੁਣੀ ਜੀ। ਅਸੀਂ ਵਿਰੋਧ ਵੀ ਕੀਤਾ, ਸਟੇਟਮੈਂਟਾਂ ਵੀ ਲਈਆਂ ਇਸ ਗੱਲ 'ਚ ਵੀ ਇਹ ਵੱਡਾ ਗੁਨਾਹ ਹੈ ਜੀ। ਇੱਕ ਮਤਲਬ ਐਡੇ ਬੜੇ ਬੰਦੇ ਮਤਲਬ ਇਸ ਕਿਸਮ ਦੇ ਪਖੰਡੀ ਆਦਮੀ ਨੂੰ ਜੀ। ਜਿਹਨੇ ਗੁਰੂ ਸਾਹਿਬ ਦਾ ਸਵਾਂਗ ਰਚਾਇਆ ਹੋਵੇ, ਜੀ। ਜਿਹਦੇ ਕਰਕੇ ਮਤਲਬ ਥਾਂ ਥਾਂ 'ਤੇ ਰੋਜ਼ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੋਵੇ, ਜੀ। ਜਿਹਦੇ ਕਰਕੇ ਸਿੱਖਾਂ ਦੀ ਸ਼ਹਾਦਤ ਹੁੰਦੀ ਆ ਰੋਜ਼, ਤੇ ਇਹਨੂੰ ਮਾਫੀ ਕਿਸ ਕਾਰਨ ਦੇ ਰਹੇ ਹੋ? ਜੀ। ਇਹ ਇੱਕ ਬੱਜਰ ਪਾਪ ਸੀ, ਬੱਜਰ ਗਲਤੀ ਸੀ ਜੀ। ਅਕਾਲ ਤਖਤ ਦੇ ਜਥੇਦਾਰ ਦੀ, ਪੰਜੇ ਸਿੰਘ ਸਾਹਿਬਾਨਾਂ ਦੀ, ਜੀ। ਜਿਹਦੇ ਵਿੱਚ ਇਹਦਾ ਰੋਲ, ਜਿਸ ਬੰਦੇ ਦਾ ਵੀ ਇਹਦਾ ਰੋਲ ਆ, ਜੀ। ਉਹ ਸਾਰਿਆਂ ਦਾ ਪਾਪ ਉਹਨਾਂ ਸਾਰਿਆਂ ਨੇ ਕੀਤਾ। ਜੀ। ਮੈਂ ਇਹਨੂੰ ਬਹੁਤ ਵੱਡਾ ਪਾਪ ਸਮਝਦਾ ਜੀ। ਇਸ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਦੇ ਨਾਲ ਸਾਂਝ ਵੀ ਰਹੀ ਹੈ ਤੁਹਾਡੀ ਸੀਨੀਅਰ ਲੀਡਰਸ਼ਿਪ ਦੀ, ਫੋਟੋਆਂ ਵੀ ਵਾਇਰਲ ਹੁੰਦੀਆਂ ਨੇ। ਦੇਖੋ ਮੈਂ ਸਮਝਦਾ ਵੀ ਜਦੋਂ ਤੁਸੀਂ ਡੇਰਿਆਂ 'ਤੇ ਜਾਓਗੇ ਨਾ ਜੀ, ਇਹ ਬਦਕਿਸਮਤੀ ਹੈ ਵੀ ਤਖਤਾਂ ਦੇ ਜਥੇਦਾਰ ਸਾਹਿਬਾਨ ਵੀ ਨਹੀਂ ਹਟਦੇ ਜੀ, ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੀ ਨਹੀਂ ਹਟਦੀ ਜੀ। ਜਦੋਂ ਤੁਸੀਂ ਇਹੋ ਜਿਹੇ ਡੇਰਿਆਂ ਦੇ ਮਤਲਬ ਉੱਤੇ ਜਾਣ ਦਾ ਯਤਨ ਕਰੋਗੇ ਜਿਹੜੇ ਕਿਤੇ ਨਾ ਕਿਤੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਦੇ ਨੇ, ਸਾਡੇ ਸਿਧਾਂਤਾਂ ਨੂੰ ਚੈਲੰਜ ਕਰਦੇ ਨੇ, ਪਰੰਪਰਾ ਨੂੰ ਚੈਲੰਜ ਕਰਦੇ ਨੇ, ਗੁਰੂਆਂ ਵਾਂਗੂ ਬਹਿੰਦੇ ਨੇ, ਗੁਰੂਆਂ ਵਾਂਗੂ ਸਵਾਂਗ ਰਚਾਉਂਦੇ ਨੇ, ਤੇ ਜੇ ਉਹਨਾਂ ਦੇ ਡੇਰਿਆਂ 'ਤੇ ਜਾਣ ਦਾ ਤੁਸੀਂ ਯਤਨ ਕਰੋਗੇ ਤਾਂ ਤੁਹਾਡੀ ਨਵੀਂ ਪੀੜ੍ਹੀ ਜਿਹੜੀ ਆ ਉਹ ਕਰਾਹੀ ਪਏਗੀ ਜੀ। ਤੇ ਇਹ ਸਾਰੇ ਡੇਰਿਆਂ ਦੇ ਪਿੱਛੇ ਕਿਤੇ ਨਾ ਕਿਤੇ ਸਰਕਾਰਾਂ ਦੇ ਹੱਥ ਨੇ ਜੀ। ਨਕਲੀ ਨਿਰੰਕਾਰੀ ਜਿਹੜੇ ਸੀ ਜੀ, ਪਾਕਿਸਤਾਨ ਦੇ ਵਿੱਚ ਇੱਕ ਲਹਿਰ ਚੱਲੀ ਸੀ, ਨਿਰੰਕਾਰੀ ਲਹਿਰ ਜੀ। ਉਹ ਸਿੱਖੀ ਨੂੰ ਪਰਣਾਏ ਹੋਏ ਲੋਕ ਸੀ ਜੀ। ਉਹ ਅਕਾਲ ਤਖਤ ਨੂੰ ਮੰਨਦੇ ਸੀ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਸੀ, ਲੇਕਿਨ ਉਹਨਾਂ ਵਿੱਚੋਂ ਇੱਕ ਡੇਰਾ ਜਿਹੜਾ ਸੀ ਉਹ ਟੁੱਟ ਕੇ ਦਿੱਲੀ ਚਲਾ ਗਿਆ ਜੀ। ਉਹ ਮਤਲਬ ਦਿੱਲੀ ਸਰਕਾਰ ਨੇ ਉਹਨਾਂ ਦੀ ਸਰਪ੍ਰਸਤੀ ਕਰਨੀ ਸ਼ੁਰੂ ਕਰਤੀ ਜੀ। ਉਹ ਨਕਲੀ ਨਿਰੰਕਾਰੀ ਬਣ ਕੇ ਬਹਿ ਗਏ, ਮਤਲਬ ਅਕਾਲ ਤਖਤ ਦੇ ਖਿਲਾਫ, ਗੁਰੂ ਗ੍ਰੰਥ ਸਾਹਿਬ ਦੇ ਖਿਲਾਫ, ਸਿੱਖੀ ਦੇ ਖਿਲਾਫ ਪ੍ਰਚਾਰ ਕਰਤਾ। ਤੇ 1978 ਦਾ ਸਾਕਾ ਉਹਨਾਂ ਕਰਕੇ ਵਾਪਰਿਆ ਜੀ। ਫਿਰ ਉਸ ਤੋਂ ਬਾਅਦ ਸਰਸੇ ਵਾਲਾ ਹੋਇਆ, ਭਨਿਆਰਾਂ ਵਾਲਾ ਹੋਇਆ, ਆਸ਼ੂਤੋਸ਼ ਹੋਇਆ, ਆ ਤੇਰਾ ਮਤਲਬ ਬਿਆਸ ਵਾਲੇ ਹੋਏ। ਇਹ ਸਾਰੀਆਂ ਸ਼ਕਤੀਆਂ ਜਿਹੜੀਆਂ ਨੇ ਪੰਥ ਵਿਰੋਧੀ ਤਾਕਤਾਂ ਨੇ ਜੀ। ਇਹਨਾਂ ਤਾਕਤਾਂ ਦੇ ਪਿੱਛੇ ਕਿਤੇ ਨਾ ਕਿਤੇ ਸਰਕਾਰਾਂ ਖੜੀਆਂ ਨੇ ਜੀ। ਸਰਕਾਰਾਂ ਇਹਨਾਂ ਨੂੰ ਪੈਸੇ ਵੀ ਦਿੰਦੀਆਂ ਨੇ, ਸਰਕਾਰਾਂ ਇਹਨਾਂ ਦੀ ਹਰ ਤਰ੍ਹਾਂ ਨਾਲ ਮਦਦ ਵੀ ਕਰਦੀਆਂ ਨੇ ਜੀ। ਤੇ ਮੈਂ ਸਮਝਦਾ ਅਕਾਲੀਆਂ ਨੂੰ ਇਹਨਾਂ ਦੇ ਡੇਰਿਆਂ 'ਤੇ ਨਹੀਂ ਜਾਣਾ ਚਾਹੀਦਾ ਜੀ। ਇਹਦੇ ਨਾਲ ਸਿਧਾਂਤ ਵੀ ਟੁੱਟਦਾ, ਪਰੰਪਰਾਵਾਂ ਵੀ ਟੁੱਟਦੀਆਂ, ਤੇ ਨੌਜਵਾਨ ਪੀੜ੍ਹੀ ਵੀ ਕੁਰਾਹੇ ਪੈਂਦੀ ਜੀ। ਜੋਲੀ ਸਾਹਿਬ, ਰੀਸੈਂਟਲੀ ਜੋ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਨੇ ਉਸ ਦੇ ਵਿੱਚ ਅਕਾਲੀ ਦਲ ਦੇ ਉੱਪਰ ਐਲੀਗੇਸ਼ਨ ਲੱਗ ਰਹੇ ਨੇ। ਦੇਖੋ ਇੱਕ ਗੱਲ ਤਾਂ ਬੜੀ ਸਪਸ਼ਟ ਹੈ ਕਿ ਮਤਲਬ ਮੈਂ ਕਹਿਣਾ ਚਾਹੁੰਦਾ ਕੋਈ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਨਹੀਂ ਕਰ ਸਕਦਾ ਜੀ। ਬੇਅਦਬੀ ਅਕਾਲੀ ਦਲ ਦੀ ਸਰਕਾਰ ਨੇ ਨਹੀਂ ਕੀਤੀ, ਅਕਾਲੀਆਂ ਨੇ ਕਿਸੇ ਨੇ ਨਹੀਂ ਕੀਤੀ ਜੀ। ਲੇਕਿਨ ਅਕਾਲੀਆਂ ਦੀ ਸਰਕਾਰ 'ਚ ਇੱਕ ਗਲਤੀਆਂ ਜੋ ਹੋਈਆਂ ਨੇ ਉਹ ਹੈ। ਪਰ ਤੁਹਾਡੇ ਤੇ ਐਲੀਗੇਸ਼ਨ ਕਿਉਂ ਲੱਗ ਰਹੇ ਨੇ? ਦੇਖੋ ਗਲਤ ਇਹ ਨਹੀਂ ਐਲੀਗੇਸ਼ਨ ਲੱਗਦਾ ਕਿ ਬੇਅਦਬੀ ਅਕਾਲੀ ਦਲ ਨੇ ਕਰਾਈ ਜੀ। ਦੋਸ਼ ਇਹ ਲੱਗਦਾ ਕਿ ਅਕਾਲੀ ਦਲ ਦੀ ਸਰਕਾਰ ਨੇ ਦੋਸ਼ੀ ਫੜੇ ਨਹੀਂ, ਫੜਨ ਵਿੱਚ ਕੋਤਾਹੀ ਕੀਤੀ ਹੈ ਜੀ, ਗਲਤੀ ਕੀਤੀ ਹੈ, ਕਿਤੇ ਕਮਜ਼ੋਰੀ ਦਿਖਾਈ ਹੈ ਜੀ। ਨੰਬਰ 2 ਤੇ ਜਿਹੜੇ ਸਿੱਖ ਉੱਥੇ ਧਰਨੇ 'ਤੇ ਗਏ, ਪ੍ਰੋਟੈਸਟ 'ਤੇ ਗਏ, ਉਹਨਾਂ 'ਤੇ ਗੋਲੀ ਚਲਾ ਦਿੱਤੀ ਗਈ, 2 ਸਿੰਘ ਸ਼ਹੀਦ ਕੀਤੇ ਗਏ, ਬਹੁਤ ਸਾਰੇ ਫੱਟੜ ਹੋਏ। ਉਹ ਕਸੂਰਵਾਰ ਅਕਾਲੀ ਦਲ ਦੀ ਲੀਡਰਸ਼ਿਪ ਹੈਗੀ ਆ, ਅਕਾਲੀ ਦਲ ਦੀ ਸਰਕਾਰ ਜ਼ਿੰਮੇਵਾਰ ਹੈ ਜੀ। ਤੇ ਜਿਹੜੀ ਪੁਲਿਸ ਆ ਜਿਹਨੇ ਗੋਲੀ ਚਲਾਈ ਆ ਉਹਦੇ ਬਾਹਰ ਕਸੂਰਵਾਰ ਹੈ ਜੀ। ਇਹ ਗਲਤੀਆਂ ਹੋਈਆਂ ਨੇ ਜੀ। ਇਹਨਾਂ ਗਲਤੀਆਂ ਦੀ ਸਜ਼ਾ ਵੀ ਅਕਾਲੀ ਦਲ ਨੂੰ ਮਿਲੀ ਜੀ। ਐਡੀ ਹਿਸਟੋਰੀਕਲ ਪਾਰਟੀ, ਐਡਾ ਖੂਨ ਜਿਹਦਾ ਡੁੱਲਿਆ ਜੀ, ਤੇ ਜਿਹਦੇ ਕੋਲ ਐਡਾ ਇਤਿਹਾਸਕ ਵਿਰਸਾ ਹੋਵੇ ਜੀ, ਤੇ ਉਹ ਮਤਲਬ ਪੰਜਾਬ ਦੀ ਧਰਤੀ ਦੇ ਉੱਤੇ ਹੀ 15 ਸੀਟਾਂ 'ਤੇ ਰਹਿ ਜਾਵੇ ਜੀ। ਇਹ ਸ਼ਿਕਸਤ ਜਿਹੜੀ ਹੈ ਅਕਾਲੀ ਦਲ ਨੂੰ ਕਿ ਸਜ਼ਾ ਮਿਲੀ ਇਸ ਗੱਲ ਦੀ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੇ ਦੋਸ਼ੀ ਜਿਹੜੇ ਸੀ ਉਹ ਨਹੀਂ ਫੜੇ। ਤੁਸੀਂ ਪੁਲਿਸ ਦੀ ਗੋਲੀ ਗਲਤ ਚਲਾਈ, ਪੁਲਿਸ ਨੇ ਤੁਹਾਡੀ ਨੇ ਗਲਤ ਗੋਲੀ ਚਲਾਈ ਤੇ ਤੁਹਾਨੂੰ ਮਤਲਬ ਚਾਹੀਦਾ ਸੀ ਤੁਸੀਂ ਆਪ ਅੱਗੇ ਸ਼ਾਮਲ ਹੋ ਕੇ ਧਰਨੇ 'ਤੇ ਜਾਂਦੇ, ਉੱਥੇ ਬਹਿੰਦੇ, ਉਹਨਾਂ ਨੂੰ ਕਹਿੰਦੇ ਵੀ ਦੱਸੋ ਕਿਹੜੀ ਸਿੱਟ ਚਾਹੁੰਦੇ ਹੋ, ਕਿਹੜੇ ਅਫਸਰਾਂ ਦੀ ਸਿੱਟ ਚਾਹੁੰਦੇ ਹੋ। ਉਹ ਜਿਸ ਤਰ੍ਹਾਂ ਚਾਹੁੰਦੇ ਕਹਿ ਦਿੰਦੇ, ਬਣਾ ਦਿੰਦੇ ਜੀ। ਇਸ ਕਰਕੇ ਮੈਂ ਸਮਝਦਾ ਅਕਾਲੀ ਦਲ ਦੀ ਇਹ ਗਲਤੀ ਜ਼ਰੂਰ ਸੀ ਕਿ ਦੋਸ਼ੀ ਨਹੀਂ ਫੜੇ ਜਾ ਸਕੇ ਜੀ। ਅਕਾਲੀ ਦਲ ਦੀ ਸਰਕਾਰ 'ਚ ਗੋਲੀ ਚਲਾਉਣਾ ਗਲਤ ਫੈਸਲਾ ਸੀ ਜੀ, ਬੱਚੇ ਸ਼ਹੀਦ ਕਰਨੇ ਗਲਤ ਫੈਸਲਾ ਸੀ ਜੀ। ਇਹ ਗੱਲਾਂ ਕਰਕੇ ਅਕਾਲੀ ਦਲ ਦੀ ਬਦਨਾਮੀ ਜੀ। ਤੁਹਾਨੂੰ ਲੱਗਦਾ ਹੈ ਵੀ ਜਿਨ੍ਹਾਂ ਨੇ ਉਸ ਸਮੇਂ ਆਪਣੀ ਭੂਮਿਕਾ ਨਹੀਂ ਨਿਭਾਈ, ਅਕਾਲੀ ਦਲ ਦੀ ਸਰਕਾਰ ਸੀਗੀ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਭਾਵੇਂ ਉਹ ਅਕਾਲੀ ਲੀਡਰ ਹੀ ਹੋਣ? ਦੇਖੋ ਮੈਂ ਸਮਝਦਾ ਕਿ ਜਿਸ ਬੰਦੇ ਤੋਂ ਵੀ ਮਤਲਬ ਕਿਤੇ ਗਲਤੀ ਹੁੰਦੀ ਹੈ ਜੀ, ਭਾਵੇਂ ਉਹ ਕੋਈ ਵੀ ਹੋਵੇ। ਸੁਰਜੀਤ ਸਿੰਘ ਬਰਨਾਲੇ ਨੂੰ ਅਕਾਲ ਤਖਤ ਨੇ ਛੇਕਤਾ ਜੀ ਪੰਥ 'ਚੋਂ ਜੀ। ਬਰਨਾਲਾ ਸਾਹਿਬ ਦੇ ਖਿਲਾਫ ਬਹੁਤ ਵੱਡੀ ਲਹਿਰ ਚੱਲੀ ਜੀ। ਇੱਕ ਦਿਨ ਬਰਨਾਲਾ ਸਾਹਿਬ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਚਿੱਠੀ ਲਿਖੀ ਜੀ ਕਿ ਮੈਂ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਣਾ ਚਾਹੁੰਦਾ ਜੀ। ਉਹਨਾਂ ਨੇ ਸੱਦਾ ਦਿੱਤਾ ਵੀ ਆ ਜਾਓ, ਪੇਸ਼ ਹੋ ਗਏ, ਥੰਮਲੇ ਨਾਲ ਬੰਨ੍ਹ ਲਿਆ ਗਿਆ
40 ਦਿਨ ਦੀ ਉਹਨਾਂ ਨੂੰ ਤਨਖਾਹ ਲਾਈ ਕਿ 40 ਦਿਨ ਤੁਸੀਂ ਵੱਖ-ਵੱਖ ਗੁਰਦੁਆਰਿਆਂ 'ਚ ਜੋੜੇ ਝਾੜਨੇ ਨੇ, ਭਾਂਡੇ ਮਾਂਜਣੇ ਨੇ ਤੇ ਮਤਲਬ ਝਾੜੂ ਫੇਰਨਾ ਜੀ, ਉਹਨਾਂ ਨੇ ਨਿਭਾਈ ਜੀ। ਉਹ ਤੋਂ ਬਾਅਦ ਬਰਨਾਲਾ ਸਾਹਿਬ 2 ਵਾਰੀ ਗਵਰਨਰ ਬਣੇ ਮਤਲਬ ਦੇਸ਼ ਦੇ ਜੀ। ਤੇ ਮੈਂ ਸਮਝਦਾ ਅਕਾਲੀ ਦਲ ਦੀ ਲੀਡਰਸ਼ਿਪ ਦੇ ਪ੍ਰਤੀ ਸਿੱਖਾਂ 'ਚ ਗੁੱਸਾ ਹੈ ਜੀ, ਰੋਹ ਹੈਗਾ, ਅੱਜ ਵੀ ਹੈਗਾ ਜੀ। ਉਹਨਾਂ ਨੂੰ ਅਕਾਲ ਤਖਤ ਦੇ ਉੱਤੇ ਜਾ ਕੇ ਆਪਣੀ ਭੁੱਲ ਬਖਸ਼ਾਉਣੀ ਚਾਹੀਦੀ ਹੈ ਜੀ। ਅਕਾਲ ਤਖਤ ਦੇ ਜਥੇਦਾਰ ਨੂੰ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਸੱਦਾ ਦੇ ਕੇ ਉਹਨਾਂ ਦੀ ਸਜ਼ਾ ਜਿਹੜੀ ਆ, ਜੋ ਉਹਨਾਂ ਨੇ ਗਲਤੀ ਕੀਤੀ ਆ, ਸਾਧ ਦੇ ਡੇਰੇ 'ਤੇ ਜਾ ਕੇ ਦੇਖੋ, ਇੱਕ ਜਦੋਂ ਸਾਧ ਨੂੰ ਫੈਸਲਾ ਵੀ ਕਰਤਾ ਅਕਾਲ ਤਖਤ ਨੇ ਜੀ ਕਿ ਜੀ ਮਤਲਬ ਜਿਹੜਾ ਉੱਥੇ ਉਹਦੇ ਨਾਲ ਸਾਂਝ ਕਰੇਗਾ ਉਹ ਮਤਲਬ ਗਲਤ ਹੋਏਗਾ, ਉਹਨੂੰ ਆਗਿਆ ਨਹੀਂ ਦਿੱਤੀ ਜਾ ਸਕਦੀ ਜੀ। ਉਹ ਤਾਂ ਚਲੋ ਅਕਾਲ ਤਖਤ ਨੇ ਸੱਦੇ, ਅਕਾਲ ਤਖਤ ਨੇ ਤਨਖਾਹ ਲਾ ਦਿੱਤੀ ਜੀ। ਪਰ ਜਿਹੜੀਆਂ ਬਾਕੀ ਗੱਲਾਂ ਜਿਹੜੀਆਂ ਪੰਥ ਵਿੱਚ ਗੁੱਸੇ ਅਤੇ ਰੋਹ ਵਾਲੀਆਂ ਨੇ ਜੀ, ਉਹਦੇ ਪ੍ਰਤੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸੱਦ ਕੇ ਤਨਖਾਹ ਲਾ ਕੇ ਇਹਨਾਂ ਨੂੰ ਵੀ ਭੁੱਲ ਮੰਗਣੀ ਚਾਹੀਦੀ ਹੈ, ਅਕਾਲ ਤਖਤ ਨੂੰ ਵੀ ਆਪਣਾ ਰੋਲ ਅਦਾ ਕਰਨਾ ਚਾਹੀਦਾ ਜੀ। ਪੰਜੋਲੀ ਸਾਹਿਬ, ਗੱਲ ਕਰੀਏ ਤਾਂ ਤੁਸੀਂ ਬੇਬਾਕੀ ਨਾਲ ਬੋਲਦੇ ਹੋ, ਅਕਾਲੀ ਦਲ ਦੇ ਵਿਰੁੱਧ ਵੀ ਬੋਲਦੇ ਹੋ ਜਦ ਕਿਤੇ ਗਲਤੀ ਹੁੰਦੀ ਆ। ਕਿਤੇ ਇਸ ਗੱਲ ਦੇ ਡਰੋਂ ਤਾਂ ਨਹੀਂ ਤੁਹਾਨੂੰ ਅਹੁਦਾ ਦੇਤਾ ਵੀ ਕਿਤੇ ਬਾਗੀ ਨਾ ਹੋ ਜਾਣ? ਨਹੀਂ, ਦੇਖੋ ਇਹ ਮਤਲਬ ਇਹ ਆ ਵੀ ਮੇਰੇ ਬਾਬਾ ਜੀ ਵੀ ਅਕਾਲੀ ਸੀ ਜੀ, ਮੇਰੇ ਪਿਤਾ ਜੀ ਵੀ ਅਕਾਲੀ ਸੀ, ਮੇਰੇ ਨਾਨਾ ਜੀ ਵੀ ਅਕਾਲੀ ਸੀ ਜੀ। ਤੇ ਮੈਂ 17 ਸਾਲ ਦੀ ਉਮਰ 'ਚ ਕੈਦ ਕੱਟੀ ਹੈ ਜੀ, ਤੇ ਪੂਰੀ ਜੀਵਨ ਸ਼੍ਰੋਮਣੀ ਅਕਾਲੀ ਦਲ 'ਚ ਗੁਜ਼ਾਰਿਆ ਜੀ। ਮੈਂ ਸਮਝਦਾ ਅਕਾਲੀ ਦਲ ਕਿਸੇ ਦੀ ਮਲਕੀਅਤ ਨਹੀਂ ਹੈ ਜੀ, ਇਹ ਤਾਂ ਇੱਕ ਵਰਕਰਾਂ ਦੀ ਪਾਰਟੀ ਹੈ ਜੀ। ਇਹਦੇ ਵਿੱਚ ਜਿਹੜਾ ਕੰਮ ਕਰੇਗਾ ਉਹਦਾ ਸਤਿਕਾਰ ਹੋਣਾ ਚਾਹੀਦਾ। ਪਰ ਇੱਕ ਪਰਿਵਾਰ ਦੇ ਨਾਲ ਜੁੜ ਕੇ ਰਹਿ ਗਿਆ ਅਕਾਲੀ ਦਲ। ਦੇਖੋ, ਜੇ ਮੈਂ ਹਮੇਸ਼ਾ ਹੀ ਕਹਿਣਾ, ਅਕਾਲੀ ਦਲ ਦੇ ਅੰਦਰ ਪਰਿਵਾਰਵਾਦ ਦਾ ਭਾਰੂ ਹੋਣਾ ਜੀ, ਅਕਾਲੀ ਦਲ ਦਾ ਨੁਕਸਾਨ ਹੋਇਆ ਜੀ। ਇਹ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਇਹਦੇ 'ਤੇ ਸੋਚਣ ਦਾ ਯਤਨ ਕਰਨਾ ਚਾਹੀਦਾ ਜੀ। ਇਹ ਕੁਰਬਾਨੀ ਕਰਨ ਵਾਲੇ, ਸੇਵਾ ਕਰਨ ਵਾਲੇ, ਜੱਦੋ ਜਹਿਦ ਕਰਨ ਵਾਲੇ ਲੋਕਾਂ ਦੀ ਪਾਰਟੀ ਹੈ, ਕਿਰਤੀਆਂ ਅਤੇ ਕਾਮਿਆਂ ਦੀ ਪਾਰਟੀ ਹੈ ਜੀ। ਇਹਨੂੰ ਮਤਲਬ ਕਮਰਸ਼ੀਅਲ ਅਦਾਰਾ ਨਹੀਂ ਬਣਾਉਣਾ ਚਾਹੀਦਾ ਜੀ। ਇਹਨੂੰ ਮਤਲਬ ਪੰਥ ਦੀ ਔਰ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰ ਜਥੇਬੰਦੀ ਬਣਾਉਣਾ ਚਾਹੀਦਾ ਜੀ। ਪਰਿਵਾਰਵਾਦ ਦੇ ਵਿੱਚੋਂ ਖਤਮ ਹੋਣਾ ਚਾਹੀਦਾ ਜੀ। ਕੁਰਬਾਨੀ ਤੇ ਸੇਵਾ ਕਰਨ ਵਾਲੇ ਲੋਕਾਂ ਨੂੰ ਥਾਂ ਮਿਲਣੀ ਚਾਹੀਦੀ ਹੈ ਜੀ। ਮੈਂ ਹਮੇਸ਼ਾ ਹੀ ਇਹ ਗੱਲ ਕਹਿਣਾ ਜੀ, ਪਾਰਟੀ ਦੇ ਅੰਦਰ ਵੀ ਕਹਿਣਾ, ਬਾਹਰ ਵੀ ਕਹਿਣਾ, ਚਿੱਠੀਆਂ ਵੀ ਲਿਖਦਾ, ਪ੍ਰੈਸ ਦੇ ਜ਼ਰੀਏ ਵੀ ਕਹਿਣਾ, ਤਕਰੀਬਨ ਕਹਿੰਦੇ ਹੀ ਰਹਿਣਾ। ਤੇ ਮੈਂ ਸਮਝਦਾ ਅਕਾਲੀ ਦਲ ਨੂੰ ਇਹਦੇ ਪ੍ਰਤੀ ਸੋਚਣਾ ਜ਼ਰੂਰ ਚਾਹੀਦਾ। ਪੰਜੋਲੀ ਸਾਹਿਬ, ਕਿਸਾਨ ਅੰਦੋਲਨ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੈਂ ਇਹ ਸਮਝਦਾ ਜਿਹੜਾ 3 ਕਾਨੂੰਨ ਜੋ ਪਾਸ ਕੀਤੇ ਗਏ ਨੇ ਜੀ, ਉਹਨਾਂ ਦੇ ਖਿਲਾਫ ਜੋ ਜਦੋਜਹਿਦ ਅੱਜ ਤੱਕ ਕਦੇ ਵੀ ਹਿੰਦੁਸਤਾਨ ਦੇ ਅੰਦਰ ਐਡੀ ਲੰਬੀ ਮੂਵਮੈਂਟ ਨਹੀਂ ਚੱਲੀ ਜੀ, ਜਿੰਨੀ ਲੰਬੀ ਕਿਸਾਨ ਮੂਵਮੈਂਟ ਚੱਲੀ ਹੈ ਜੀ। ਜੇ ਭਾਰਤ ਸਰਕਾਰ ਫੈਡਰਲਿਜ਼ਮ ਨੂੰ ਪ੍ਰਵਾਨ ਕਰ ਲਵੇ ਜੀ, ਤੇ ਮੈਂ ਸਮਝਦਾ ਕਿ ਹਰ ਸਟੇਟ ਆਪਣੇ ਲੋਕਾਂ ਦੀ ਗੱਲ ਆਪ ਕਰੇਗੀ ਜੀ। ਫਿਰ ਇਹ ਕਿਸਾਨ ਇਸ ਤਰ੍ਹਾਂ ਧਰਨੇ 'ਤੇ ਨਹੀਂ ਬੈਠਣਗੇ ਜਿਸ ਤਰ੍ਹਾਂ ਅੱਜ ਬੈਠੇ ਨੇ ਜੀ। ਫਿਰ ਦਿੱਲੀ ਦਾ ਕੋਈ ਰੋਲ ਨਹੀਂ ਹੋਏਗਾ ਜੀ। ਫੈਡਰਲਿਜ਼ਮ ਦੇ ਵਿੱਚ ਸੈਂਟਰ ਗੌਰਮੈਂਟ ਕੋਲ 4 ਅਧਿਕਾਰ ਹੋਣੇ ਚਾਹੀਦੇ ਨੇ ਜੀ। ਡਾਕ, ਤਾਰ, ਰੇਲ ਵਿਭਾਗ ਜੀ, ਕਰੰਸੀ ਉਹਦੇ ਕੋਲ ਹੋਣੀ ਚਾਹੀਦੀ ਹੈ, ਫੌਜ ਉਹਦੇ ਕੋਲ ਹੋਣੀ ਚਾਹੀਦੀ ਹੈ, ਵਿਦੇਸ਼ੀ ਡਿਪਾਰਟਮੈਂਟ ਉਹਨਾਂ ਕੋਲ ਹੋਣਾ ਚਾਹੀਦਾ ਜੀ। ਬਾਕੀ ਸਾਰੇ ਸਟੇਟਾਂ ਨੂੰ ਵੰਡ ਦੇਣੇ ਚਾਹੀਦੇ ਨੇ ਜੀ। ਹਰ ਸਟੇਟ ਆਪਣੇ ਕਿਸਾਨਾਂ ਲਈ, ਆਪਣੇ ਮਜ਼ਦੂਰਾਂ ਲਈ, ਆਪਣੇ ਦੁਕਾਨਦਾਰਾਂ ਲਈ, ਆਪਣੇ ਵਪਾਰੀਆਂ ਲਈ ਆਪੇ ਸੋਚੇਗੀ ਜੀ। ਆਪਣੇ ਸੋਰਸ ਆਫ ਇਨਕਮ ਆਪ ਪੈਦਾ ਕਰੇਗੀ, ਆਪਣੇ ਖਰਚੇ ਆਪ ਪੈਦਾ ਕਰੇਗੀ ਜੀ। ਤੇ ਮੈਂ ਸਮਝਦਾ ਕਿ ਇਹ ਸਰਕਾਰ ਨੂੰ ਪ੍ਰਵਾਨ ਕਰਕੇ ਆਪਣੇ ਗਲੋਂ ਇਹ ਮਤਲਬ ਸਾਰੀਆਂ ਗੱਲਾਂ ਲਾਹ ਦੇਣੀਆਂ ਚਾਹੀਦੀਆਂ ਸੈਂਟਰ ਗੌਰਮੈਂਟ ਨੂੰ। ਇਹਦੇ ਨਾਲ ਕੋਈ ਨਾ ਦੇਸ਼ ਟੁੱਟਦਾ, ਨਾ ਦੇਸ਼ ਨੂੰ ਕਿਸੇ ਕਿਸਮ ਦਾ ਕੋਈ ਖਤਰਾ ਜੀ। ਬਕਾਇਦਾ ਮੈਂ ਸਮਝਦਾ ਜਦੋਂ ਕਿਸੇ 'ਤੇ ਜ਼ਿੰਮੇਵਾਰੀ ਪਾਉਂਗੇ ਸਟੇਟ 'ਤੇ ਵੀ ਆ ਤੁਸੀਂ ਆਪਣੇ ਸਾਧਨ ਆਪ ਪੈਦਾ ਕਰਨੇ ਨੇ ਤੇ ਆਪਣੇ ਖਰਚੇ ਆਪ ਕਰਨੇ ਨੇ, ਮੈਂ ਸਮਝਦਾ ਆਪੇ ਉਹਨਾਂ 'ਤੇ ਜ਼ਿੰਮੇਵਾਰੀ ਪਊ, ਆਪੇ ਉਹ ਕਰਨਗੇ। ਲੇਕਿਨ ਕਿਸਾਨ ਮੂਵਮੈਂਟ ਜਿਹੜੀ ਆ ਉਹਨੇ ਇੱਕ ਗੱਲ ਦਾ ਤਾਂ ਅਹਿਸਾਸ ਕਰਵਾ ਦਿੱਤਾ ਜੀ ਹਿੰਦੁਸਤਾਨ ਦੇ ਅੰਦਰ ਕਿ ਹਿੰਦੁਸਤਾਨ ਦੇ ਅੰਦਰ ਹਿੰਦੂ ਰਾਸ਼ਟਰਵਾਦ ਸਥਾਪਿਤ ਨਹੀਂ, ਪ੍ਰਵਾਨ ਨਹੀਂ ਹੋ ਸਕਦਾ ਜੀ। ਜੇ ਅੱਜ ਕਿਸਾਨ ਅੰਦੋਲਨ ਨਾ ਹੁੰਦਾ ਤਾਂ ਮੈਂ ਸਮਝਦਾ ਕਿ ਪੱਛਮੀ ਬੰਗਾਲ ਦੇ ਵਿੱਚ ਮਤਲਬ ਜਿਹੜੀ ਕਾਂਗਰਸ ਦੀ ਆਪਣਾ BJP ਦੀ ਸਰਕਾਰ ਹੋ ਜਾਂਦੀ ਜੀ। ਇਹ ਮੂਵਮੈਂਟ ਕਿਸਾਨਾਂ ਨੇ ਖੜੀ ਕਰੀ, ਪੂਰੇ ਭਾਰਤ ਵਿੱਚ BJP ਦੇ ਖਿਲਾਫ ਇੱਕ ਲਹਿਰ ਚੱਲੀ ਕਿ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਨੇ ਤੇ ਕਿਸਾਨ ਅੰਦੋਲਨ ਨੇ ਇੱਕ ਗੱਲ ਤਾਂ ਇਹ ਰੋਕ ਦਿੱਤੀ ਕਿ ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਬਣਾਉਣ ਤੋਂ ਅੱਜ ਜਿਹੜਾ ਯਤਨ ਕਰੇਗਾ ਉਹਨੂੰ ਹਿੰਦੁਸਤਾਨ ਪ੍ਰਵਾਨ ਨਹੀਂ ਕਰੇਗਾ ਜੀ। ਦੂਜੀ ਗੱਲ,
ਇੱਕ ਜੱਦੋ-ਜਹਿਦ ਕਿਸਾਨ ਮੂਵਮੈਂਟ ਦੀ ਚੱਲ ਰਹੀ ਹੈ। ਇਹਦੇ ਵਿੱਚੋਂ ਕੋਈ ਇਹੋ ਜਿਹੀ ਲੀਡਰਸ਼ਿਪ ਨਿਕਲਣੀ ਚਾਹੀਦੀ ਹੈ ਜਿਹੜੀ ਮਤਲਬ ਲੋਕਾਂ ਨੂੰ ਪ੍ਰਣਾਈ ਹੋਵੇ, ਲੋਕ ਹਿੱਤਾਂ ਨੂੰ ਪ੍ਰਣਾਈ ਹੋਵੇ, ਆਪਣੇ ਦੇਸ਼ ਤੇ ਆਪਣੀ ਸਟੇਟ ਨੂੰ ਪ੍ਰਣਾਈ ਹੋਵੇ, ਜਿਹਦਾ ਕਨਸੈਪਟ ਹੋਵੇ ਮਤਲਬ ਸੇਵਾ ਦਾ ਕਨਸੈਪਟ ਹੋਵੇ, ਤੇ ਇਹੀ ਜਿਹੀ ਭਾਵਨਾ ਵਾਲੀ ਲੀਡਰਸ਼ਿਪ ਵੀ ਮੈਨੂੰ ਲੱਗਦਾ ਪੈਦਾ ਹੋਣੀ ਚਾਹੀਦੀ ਹੈ। ਜੀ ਪੰਜੋਲੀ ਸਾਹਿਬ, ਫੈਡਰਲ ਢਾਂਚੇ ਦੀ ਗੱਲ ਕੀਤੀ ਹੈ ਤਾਂ ਅਕਾਲੀ ਦਲ ਵੀ ਇਸ ਤੋਂ ਭੱਜਦਾ ਨਜ਼ਰ ਆ ਰਿਹਾ। ਦੇਖੋ, ਅਕਾਲੀ ਦਲ ਬਹੁਤ ਗੱਲਾਂ ਛੱਡ ਚੁੱਕਿਆ ਜੀ। ਇਕੱਲੀ ਫੈਡਰਲਿਜ਼ਮ ਦੀ ਗੱਲ ਨਹੀਂ ਅਕਾਲੀ ਦਲ ਨੇ ਛੱਡੀ, ਬਲਕਿ ਅਕਾਲੀ ਦਲ ਨੇ ਪਾਣੀਆਂ ਦੀ ਗੱਲ 'ਤੇ ਵੀ ਕਿਤੇ ਨਾ ਕਿਤੇ ਕਮਜ਼ੋਰੀ ਦਿਖਾਈ ਹੈ। ਅਨੰਦਪੁਰ ਸਾਹਿਬ ਦੇ ਰੈਜੂਲੇਸ਼ਨ ਦੀ ਗੱਲ ਹੈ ਜੀ, ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਹੈ, ਚੰਡੀਗੜ੍ਹ ਦਾ ਮਸਲਾ, ਹਾਈ ਕੋਰਟ ਦਾ ਮਸਲਾ ਜੀ, ਜਿਹੜੇ ਸਿੱਖ ਨੌਜਵਾਨ ਜੇਲ੍ਹਾਂ 'ਚ ਬੈਠੇ ਨੇ ਉਹਨਾਂ ਪ੍ਰਤੀ ਕੋਈ ਬਹੁਤੀ ਵੱਡੀ ਆਵਾਜ਼ ਨਹੀਂ ਉੱਠਦੀ ਜੀ। ਕਿ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਬਹੁਤ ਸਾਰੇ ਨੌਜਵਾਨ ਐਸੇ ਨੇ ਜਿਹੜੇ ਲਗਾਤਾਰ ਅੱਜ ਜੇਲ੍ਹਾਂ ਦੇ ਵਿੱਚ ਕੈਦ ਨੇ ਜੀ। ਬੇਅੰਤ ਸਿੰਘ ਨੂੰ ਮਾਰਨ ਵਾਲੇ ਵੀ ਅੱਜ ਤੱਕ ਸਜ਼ਾਵਾਂ ਭੁਗਤ ਰਹੇ ਨੇ ਜੀ। ਅਤੇ ਮੈਂ ਸਮਝਦਾ ਵੀ ਇਹ ਰੋਲ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਅਦਾ ਕਰਨਾ ਚਾਹੀਦਾ। ਆਪਣਾ ਜਿਹੜਾ ਵਿਰਸਾ ਹੈ, ਆਪਣੇ ਜਿਹੜੇ ਸਿਧਾਂਤ ਨੇ ਜੀ, ਉਹਦੀ ਪਹਿਰੇਦਾਰੀ ਕਰਨੀ ਚਾਹੀਦੀ ਹੈ। ਫੈਡਰਲਿਜ਼ਮ ਅਕਾਲੀ ਦਲ ਨੂੰ ਮਤਲਬ ਮੈਂ ਤਾਂ ਇੱਕ ਦਿਨ ਪਹਿਲਾਂ ਵੀ ਕਿਹਾ ਸੀ ਕਿ ਚਿੱਠੀ ਵੀ ਲਿਖੀ ਸੀ ਜੀ ਕਿ ਖੇਤਰੀ ਪਾਰਟੀਆਂ ਨੂੰ ਇਕੱਠੇ ਅਕਾਲੀ ਦਲ ਨੂੰ ਕਰਨਾ ਚਾਹੀਦਾ ਜੀ, ਅਗਵਾਈ ਅਕਾਲੀ ਦਲ ਨੂੰ ਕਰਨੀ ਚਾਹੀਦੀ ਹੈ ਜੀ। ਫੈਡਰਲਿਜ਼ਮ ਦੇ ਲਈ ਜੰਗ ਲੜਨੀ ਚਾਹੀਦੀ ਹੈ, ਅੰਦੋਲਨ ਕਰਨਾ ਚਾਹੀਦਾ ਜੀ। ਅਤੇ ਜੇ ਇੱਦਾਂ ਦਾ ਅੰਦੋਲਨ ਕਰਨ ਦਾ ਯਤਨ ਨਾ ਕੀਤਾ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਘੱਟ ਗਿਣਤੀਆਂ ਨੂੰ ਕੁੱਟ ਕੇ ਜਿਹੜੇ BJP ਆ ਉਹ ਬਹੁ ਗਿਣਤੀ ਨੂੰ ਖੁਸ਼ ਕਰਕੇ ਇੱਥੇ ਹਿੰਦੂ ਰਾਸ਼ਟਰ ਬਣਾਉਣ ਵਿੱਚ ਵੀ ਯਤਨ ਕਰ ਸਕਦੀ ਹੈ, ਸਫਲ ਵੀ ਹੋ ਸਕਦੀ ਹੈ ਜੀ। ਪੰਜੋਲੀ ਸਾਹਿਬ, ਜਾਂਦੇ ਜਾਂਦੇ ਆਖਰੀ ਸਵਾਲ ਹੈ, 2022 ਦੀਆਂ ਚੋਣਾਂ ਦੇ ਵਿੱਚ ਫੀਲਡ ਦੇ ਵਿੱਚ ਨਜ਼ਰ ਆ ਸਕਦੇ ਹੋ? ਦੇਖੋ, ਮੈਨੂੰ ਲੱਗਦਾ ਜੋ ਹਾਲਾਤ ਕਾਂਗਰਸ ਦੇ ਨੇ ਅੱਜ ਅਤੇ BJP ਦੇ ਹਾਲਾਤ ਬੜੇ ਮਾੜੇ ਨੇ, ਕਾਂਗਰਸ ਦੇ ਹਾਲਾਤ ਬਹੁਤ ਮਾੜੇ ਨੇ ਜੀ। ਆਮ ਆਦਮੀ ਪਾਰਟੀ ਕੋਲ ਕੋਈ ਲੀਡਰਸ਼ਿਪ ਨਹੀਂ ਜੀ। ਅਕਾਲੀ ਦਲ ਕੋਲ ਕੇਡਰ ਬਹੁਤ ਹੈ ਜੀ, ਹਿਸਟੋਰੀਕਲ ਪਾਰਟੀ ਹੈ ਜੀ। ਅਤੇ ਮੈਂ ਸਮਝਦਾ ਅਕਾਲੀ ਦਲ ਜੇ ਥੋੜ੍ਹਾ ਜਿਹਾ ਪਰਿਵਾਰਵਾਦ ਤੋਂ ਬਾਹਰ ਨਿਕਲ ਜੇ ਜੀ, ਸਿਧਾਂਤਾਂ ਦੀ ਪਹਿਰੇਦਾਰੀ ਕਰਨ ਦਾ ਯਤਨ ਕਰੇ ਜੀ, ਪੰਥ ਔਰ ਪੰਜਾਬ ਦੇ ਹਿੱਤਾਂ ਦੀ ਜੰਗ ਲੜਨ ਦਾ ਐਲਾਨ ਕਰੇ ਜੀ, ਕੁਝ ਚੰਗੀਆਂ ਗੱਲਾਂ ਜਿਹੜੀਆਂ ਨੇ ਮਤਲਬ ਸਰਬੱਤ ਦੇ ਭਲੇ ਦੀਆਂ ਉਹ ਸਾਰੀਆਂ ਗੱਲਾਂ ਲੋਕਾਂ ਦੇ ਸਾਹਮਣੇ ਰੱਖੇ, ਪੰਜਾਬ ਨੂੰ ਔਰ ਪੰਥ ਨੂੰ ਇਹ ਭਰੋਸਾ ਅਤੇ ਵਿਸ਼ਵਾਸ ਹੋਵੇ ਕਿ ਆਉਣ ਵਾਲੀ ਕੱਲ੍ਹ ਮਤਲਬ ਜਿਹੜੀ ਅਕਾਲੀ ਦਲ ਦੀ ਸਰਕਾਰ ਬਣੇਗੀ ਉਹ ਲੋਕ ਹਿੱਤਾਂ ਲਈ ਬਣੇਗੀ, ਪੰਜਾਬ ਦੇ ਹਿੱਤਾਂ ਲਈ ਬਣੇਗੀ, ਪੰਥ ਦੀ ਚੜ੍ਹਦੀ ਕਲਾ ਲਈ ਬਣੇਗੀ। ਅਤੇ ਮੇਰਾ ਦਾਅਵਾ ਹੈ ਪੰਜਾਬ ਦੀ ਧਰਤੀ 'ਤੇ 2022 'ਚ ਅਕਾਲੀ ਦਲ ਬੁਲ ਕੇ ਆ ਸਕਦਾ। 2022 ਦੇ ਵਿੱਚ ਮੈਂ ਤੁਹਾਨੂੰ ਪੁੱਛਿਆ ਸੀ ਵੀ ਵਿਧਾਇਕ ਨਜ਼ਰ ਆ ਸਕਦੇ ਹੋ ਕਿਤੇ? ਨਹੀਂ, ਮੇਰਾ ਤਾਂ ਰਾਹ ਨਹੀਂ ਜੀ। ਮੈਂ ਤਾਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਹਾਂ, ਮੈਂ ਕਦੇ ਪੋਲੀਟੀਕਲ ਸੋਚਿਆ ਹੀ ਨਹੀਂ ਵੀ ਮੈਂ ਕਦੇ ਇਸ ਪਾਸੇ ਨੂੰ ਚੋਣ ਲੜਨੀ ਹੈ ਜੀ। ਅਤੇ ਮੈਂ ਸਮਝਦਾ ਵੀ ਕੋਈ ਸੇਵਾ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ MLA ਬਣ ਕੇ ਸੇਵਾ ਕਰਨੀ ਹੈ ਜੀ। ਮੇਰਾ ਪਿੰਡ ਪੰਜਾਬ ਤੋਂ ਸਭ ਤੋਂ ਸੋਹਣਾ ਪਿੰਡ ਹੈ ਜੀ। ਮੇਰੇ ਪਿੰਡ 'ਚ ਬੈਂਕ ਹੈ, ਮੇਰੇ ਪਿੰਡ 'ਚ ਸਟੇਡੀਅਮ ਹੈ, ਮੇਰੇ ਪਿੰਡ ਦੇ ਵਿੱਚ ਐਡੀ ਸੁੰਦਰ ਲਾਇਬ੍ਰੇਰੀ ਹੈ ਕਿ ਪੰਜਾਬ ਦੇ ਕਿਸੇ ਪਿੰਡ ਦੇ ਸ਼ਹਿਰ ਵਿੱਚ ਨਹੀਂ ਜੀ ਮੈਂ ਜੋ ਬਣਾਈ। ਬਹੁਤ ਸੋਹਣਾ ਪਿੰਡ ਹੈ, ਗ੍ਰੀਨਰੀ ਬਹੁਤ ਹੈ ਜੀ। ਅਤੇ ਮੈਂ ਬੜਾ ਕੁਛ ਆਪਣੇ ਪਿੰਡ ਲਈ ਕੀਤਾ ਜੀ। ਮੈਂ ਹੁਣ ਕਰੋਨਾ ਕੇਅਰ ਸੈਂਟਰ ਸਥਾਪਿਤ ਕੀਤਾ ਗੁਰਦੁਆਰਾ ਸਾਹਿਬ ਆਪਣੇ ਪਿੰਡ ਵਿੱਚ। ਥੋੜ੍ਹੇ ਦਿਨਾਂ ਵਿੱਚ ਇੱਕ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਅਕਾਲ ਗੈਸਟ ਹਾਊਸ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਾਉਣਾ ਹੈ, ਮਤਲਬ ਕੰਪਲੀਟ ਹੋ ਗਿਆ। ਉਹਦਾ ਉਦਘਾਟਨ ਰਸਮੀ ਉਦਘਾਟਨ ਕਰਨਾ ਜੀ। ਅਤੇ ਮੈਂ ਸਮਝਦਾ ਕੋਈ ਜ਼ਰੂਰੀ ਨਹੀਂ ਕਿ ਰਾਜਸੀ ਸ਼ਕਤੀ ਨਾਲੇ ਤੁਸੀਂ ਲੋਕਾਂ ਦੀ ਸੇਵਾ ਕਰ ਸਕਦੇ ਹੋ ਜੀ। ਧਰਮ ਦੇ ਫੀਲਡ ਦੇ ਅੰਦਰ ਵੀ ਬਹੁਤ ਵੱਡੀ ਲੋੜ ਹੈ ਤੁਹਾਡੀ ਜੀ। ਅੱਜ ਕੌਮ ਨੂੰ ਲੋੜ ਹੈ ਇਸ ਗੱਲ ਦੀ ਕਿ ਕੁਝ ਲੋਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਲੇਟਫਾਰਮ ਦੇ ਰਾਹੀਂ ਵੀ ਮਤਲਬ ਕੌਮ ਦੀ ਸੇਵਾ ਕਰਨ ਜ਼ਰੂਰੀ ਹੈ ਜੀ। ਸੋ ਪੰਜੋਲੀ ਸਾਹਿਬ, ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ। ਉਹ ਸੁਖਵੀਰ, ਸੋ ਇਹ ਸਨ ਕਰਨੈਲ ਪੰਜੋਲੀ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਅਤੇ ਉਹਨਾਂ ਨੇ ਦੱਸਿਆ ਵੀ ਉਹ ਪੰਥਕ ਗਲਿਆਰਿਆਂ ਦੇ ਵਿੱਚ ਹੀ ਰਹਿ ਕੇ ਸੇਵਾ ਕਰਨਗੇ ਅਤੇ 2022 ਦੀਆਂ ਚੋਣਾਂ ਦੇ ਵਿੱਚ ਤਾਂ ਸਮਾਂ ਹੀ ਦੱਸੇਗਾ ਕਿ ਅਕਾਲੀ ਦਲ ਦੀ ਕੀ ਕਾਰਗੁਜ਼ਾਰੀ ਹੁੰਦੀ ਹੈ, ਕੀ ਆਊਟਪੁੱਟ ਨਿਕਲਦੀ ਹੈ। ਕੈਮਰਾ ਪਰਸਨ ਮਨਪ੍ਰੀਤ ਸਿੰਘ ਦੇ ਨਾਲ ਰਾਜਵੀਰ ਸਿੰਘ, ਫਤਿਹਗੜ੍ਹ ਸਾਹਿਬ।